देवदत्त बंदों कर अनुराग एक ओंकार सतगुरु ते प्रसाद सच होए। वाहिगुरु जी की फतेह। विघ्न विनाशन सोए सूरा सो पहचानिए जो लड़े दीन के हेत। पुरजा पुरजा कट मरै कबहू ना छाड़ै खेत। जाओ तो प्रेम खेलन का जाओ सिर धर तली गली मेरी आओ। हित मार्ग पैर धरीजै सिर दीजै कान ना कीजै। हित मार्ग पैर धरीजै सिर दीजै कान ना कीजै। सतनाम श्री वाहिगुरु साहिब जी। कबीरता श्री महागुरु जी छूटे साहिबजादे संग जोरावर फतेह सिंह धर्म धाम है। श्री महागुरु जी छूटे साहिबजादे संग जोरावर सिंह फतेह सिंह धर्म धाम है। वाहिगुरु जी का खालसा वाहिगुरु जी की फतेह। जगत गुरु पदत पावन भगत वशल अंतरजामी दीना बंधु निरंजनी जोत कोट ब्रह्मांड को ठाकुर स्वामी सर्व जिया का दाता रे। रोम रोम कोट ब्रह्मांड को निवास जास मान से अवतार धार दर्श दिखाए हैं। ऐसे सतगुरु धन धन श्री गुरु नानक देव साहिब जी महाराज सतगुਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਵਾਹ ਵਾਹ ਬਾਣੀ ਨਿਰੰਕਾਰ ਹੈ। ਤਿਸ ਜੇਵੜ ਅਵਰ ਨਾ ਕੋਏ ਵਾਹ ਵਾਹ ਅਗਮ ਅਥਾਹ ਹੈ। ਵਾਹ ਵਾਹ ਸੱਚਾ ਸੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਚੀ ਨਵਾਜੀ ਹੋਈ ਸਾਧ ਸੰਗਤ ਜੀ। ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦੀ ਦਾਤ ਬਖਸ਼ਿਸ਼ ਕੀਤੇ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੱਜ ਸਾਧ ਸੰਗਤ ਜੀ 13 ਪੋਹ ਦਾ ਦਿਹਾੜਾ ਹੈ ਔਰ ਆਪਾਂ ਸਾਰੇ ਹੀ ਇਸ ਦਿਹਾੜੇ ਨੂੰ ਭਲੀ ਪ੍ਰਕਾਰ ਜਾਣਦੇ ਹਾਂ। ਜਿੱਥੇ ਇਤਿਹਾਸ ਦੇ ਵਿੱਚ ਇਹ ਦਿਨ ਲਿਖਿਆ ਹੋਇਆ ਹੈ ਉੱਥੇ ਗੁਰਸਿੱਖਾਂ ਦੇ ਹਿਰਦੇ ਉੱਤੇ ਲਿਖਿਆ ਹੋਇਆ ਇਸ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਲਾਲ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਨੇ ਅੱਜ ਦੇ ਦਿਨ ਅੱਜ ਤੋਂ 317 ਸਾਲ ਪਹਿਲਾਂ ਸ਼ਹਾਦਤ ਪ੍ਰਾਪਤ ਕੀਤੀ ਹੈ। ਅੱਜ 2021 ਚੱਲ ਰਿਹਾ ਹੈ। 1704 ਈਸਵੀ ਸਨ 1761 ਵਿਕਰਮੀ ਸੰਮਤ
ਅੱਜ ਤੋਂ 317 ਸਾਲ ਪਹਿਲਾਂ ਔਰ ਧੁਰਗੀ ਬਾਣੀ ਦਾ ਬਚਨ ਆਪਾਂ ਕਈਆਂ ਦਿਨਾਂ ਤੋਂ ਇਹਨਾਂ ਦਿਨਾਂ ਦੇ ਵਿੱਚ ਸਰਵਣ ਕਰਦੇ ਆ ਰਹੇ ਹਾਂ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਸਤਿਗੁਰੂ ਕਹਿੰਦੇ ਸੂਰਮਾ ਉਸ ਨੂੰ ਪਹਿਚਾਨੋ, ਉਸ ਨੂੰ ਜਾਣੋ। ਸੂਰਮਾ ਹੈ ਜਿਹੜਾ ਦੀਨ ਦੇ ਵਾਸਤੇ ਲੜਦਾ। ਦੀਨ ਨਾਮ ਹੈ ਧਰਮ ਦਾ, ਜਿਹੜਾ ਆਪਣੇ ਧਰਮ ਦੇ ਵਾਸਤੇ ਜੂਝਦਾ ਹੈ। ਤੇ ਦੀਨ ਨਾਮ ਗਰੀਬਾਂ ਦਾ ਵੀ ਹੈ। ਦੀਨ ਦੁਖੀ ਨੂੰ ਵੀ ਕਿਹਾ ਜਾਂਦਾ ਹੈ, ਦੀਨ ਮਜਲੂਮ ਨੂੰ ਵੀ ਕਿਹਾ ਜਾਂਦਾ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿੱਥੇ ਧਰਮ ਵਾਸਤੇ ਜੂਝੇ, ਉੱਥੇ ਗਰੀਬਾਂ ਵਾਸਤੇ, ਮਜਲੂਮਾਂ ਵਾਸਤੇ ਵੀ ਲੜੇ ਮਹਾਰਾਜ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਤਾਂ ਹੀ ਕਿਸੇ ਗੁਰਮੁਖ ਨੇ ਬੜਾ ਸੋਹਣਾ ਲਿਖਿਆ ਹੈ, ਮਾਂ ਗੁਜਰੀ ਕਰਮਾਂ ਵਾਲੀ ਹੈ ਜਿਨਨੇ ਪੁੱਤ ਸੂਰਮਾ ਜਣਿਆ ਹੈ। ਨੇਕੀ ਦੇ ਲਈ ਲੜਦਾ ਰਿਹਾ, ਜ਼ਾਲਮ ਦੇ ਨਾਲ ਲੜਦਾ ਰਿਹਾ, ਮਾੜੇ ਦਾ ਹਾਮੀ ਬਣਿਆ। ਜਾਬਰਾਂ ਦੇ ਨਾਲ ਗੁਰੂ ਸਾਹਿਬ ਜੀ ਜੂਝੇ ਹਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਜਲੂਮ ਦੀ ਰੱਖਿਆ ਕੀਤੀ ਹੈ, ਜਰਮਾਨੇ ਦੀ ਭਖਿਆ ਕੀਤੀ ਹੈ। ਜਾਬਰ ਦਾ ਮੁਕਾਬਲਾ ਕੀਤਾ ਹੈ ਤੇ ਮਜਲੂਮ ਦੀ ਰੱਖਿਆ ਕੀਤੀ ਹੈ, ਜਿਹੜਾ ਸ਼ਰਨ ਪਿਆ। ਗੁਰੂ ਕੇ ਲਾਲਾਂ ਨੇ ਅੱਜ ਦੇ ਦਿਹਾੜੇ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਅੱਜ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਜਿਵੇਂ ਸਤਿਗੁਰਾਂ ਨੇ ਫਰਮਾਇਆ ਨਾ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ। ਧਰਮੀਆਂ ਦੀ ਹਮੇਸ਼ਾ ਜੈ ਜੈਕਾਰ ਹੁੰਦੀ ਹੈ ਤੇ ਪਾਪੀਆਂ ਨੂੰ ਡੰਡ ਮਿਲਦਾ ਰਹਿੰਦਾ। ਅੱਜ ਚੇਤੇ ਤੇ ਸਾਧ ਸੰਗਤ ਜੀ ਲਾਹੌਰ ਦੇ ਸੂਬੇ ਨੂੰ ਵੀ ਕੀਤਾ ਜਾ ਰਿਹਾ ਨਾ, ਪਰ ਉਹਨੂੰ ਲਾਹਣਤਾਂ ਪੈ ਰਹੀਆਂ। ਅੱਜ ਚੇਤੇ ਤਾਂ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਨਾਲ ਨਾਲ ਉਹ ਸੁੱਚੇ ਨੰਦ ਨੂੰ ਵੀ ਕੀਤਾ ਜਾ ਰਿਹਾ, ਪਰ ਉਹਨੂੰ ਇਤਿਹਾਸ ਲਾਹਣਤਾਂ ਪਾ ਰਿਹਾ। ਇਤਿਹਾਸ ਵਿੱਚ ਸੁੱਚੇ ਨੰਦ ਦਾ ਨਾਮ ਝੂਠਾ ਨੰਦ ਤੇ ਝੂਠਾ ਨੰਦ ਲਿਖਿਆ ਹੋਇਆ। ਪਰ ਜਿਸ ਤਰੀਕੇ ਨਾਲ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ, ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਠੰਡੇ ਬੁਰਜ ਦੇ ਉੱਥੇ ਉਸ ਸਥਾਨ ਤੇ ਵੀ ਨਮਸਕਾਰਾਂ ਕੀਤੀਆਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਉਸ ਜਗ੍ਹਾ ਤੇ ਜਿੱਥੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਅੱਜ ਸੰਗਤਾਂ ਦੀਆਂ ਭੀੜਾਂ ਲੱਗੀਆਂ ਹੋਈਆਂ। ਤੇ ਸ੍ਰੀ ਜੋਤੀ ਸਰੂਪ ਸਾਹਿਬ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਕਿਉਂਕਿ ਧਰਮ ਤੋਂ ਕੁਰਬਾਨ ਹੋਏ, ਦੀਨ ਦੇ ਵਾਸਤੇ। ਤੇ ਗੁਰਬਾਣੀ ਦੇ ਵਿੱਚ ਇਹ ਵੀ ਬਚਨ ਆਇਆ ਕਿ ਇੱਕ ਤਾਂ ਉਹ ਹਨ ਸੂਰਮੇ ਜਿਹੜੇ ਦੀਨ ਵਾਸਤੇ, ਧਰਮ ਵਾਸਤੇ ਆਪਾਂ ਕੁਰਬਾਨ ਕਰ ਜਾਂਦੇ, ਤੇ ਇੱਕ ਉਹ ਹਨ ਜਿਹੜੇ ਦੁਨੀਆ ਵਾਸਤੇ ਦੀਨ ਹੀ ਤਿਆਗ ਜਾਂਦੇ। ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹਾਥ। ਇੱਥੇ ਦੁਨੀਆ ਦੀ ਦੌਲਤ, ਦੁਨੀਆ ਦੇ ਐਸ਼ੋ ਆਰਾਮ, ਦੁਨੀਆ ਦੇ ਲਾਲਚਾਂ ਦੇ ਵਿੱਚ ਆ ਕਰਕੇ ਜਿਨ੍ਹਾਂ ਨੇ ਦੀਨ ਤਿਆਗ ਦਿੱਤਾ, ਧਰਮ ਛੱਡ ਦਿੱਤਾ, ਉਹਨਾਂ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ। ਕਿਉਂਕਿ ਦੁਨੀਆ ਕਿਸੇ ਦੇ ਨਾਲ ਨਹੀਂ ਗਈ, ਨਾ ਦੁਨੀਆ ਦੇ ਅਹੁਦੇ ਨਾਲ ਗਏ, ਨਾ ਦੁਨੀਆ ਦੀ ਦੌਲਤ ਨਾਲ ਗਈ, ਨਾ ਦੁਨੀਆ ਦਾ ਕੋਈ ਹੋਰ ਸਾਜੋ ਸਮਾਨ ਕਿਸੇ ਦੇ ਨਾਲ ਗਿਆ। ਆਪਾਂ ਅੱਜ ਸਾਧ ਸੰਗਤ ਜੀ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ, ਅੱਜ ਉਹਨਾਂ ਦੀ ਸ਼ਹਾਦਤ ਦੀ ਗਾਥਾ ਹੀ ਆਪਾਂ ਪੜ੍ਹਨੀ ਹੈ ਇਤਿਹਾਸ ਦੇ ਵਿੱਚੋਂ। ਔਰ ਸਭ ਮਾਈ ਭਾਈ ਪ੍ਰੇਮ ਦੇ ਸਹਿਤ ਮਾਤਾ ਗੁਜਰ ਕੌਰ ਜੀ ਨੂੰ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਛੋਟੇ ਲਾਲ
ਧੰਨ ਧੰਨ ਬਾਬਾ ਜੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਆਪਣੇ ਹਿਰਦੇ ਵਸਾਉਂਦਿਆਂ ਹੋਇਆਂ, ਨਮਸਕਾਰ ਕਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਸੰਗ। ਸਤਿਕਾਰਯੋਗ ਮਾਤਾ ਗੁਜਰੀ ਜੀ, ਇਹ ਮਾਤਾ ਜੀ ਦਾ ਪਹਿਲਾ ਨਾਮ ਹੀ ਇਤਿਹਾਸ ਵਿੱਚ ਆਉਂਦਾ ਹੈ। ਅੰਮ੍ਰਿਤ ਛਕਣ ਤੋਂ ਨਾਮ ਮਾਤਾ ਜੀ ਦੇ ਨਾਮ ਨਾਲ ਕੌਰ ਅੱਖਰ ਲੱਗਾ। ਜਿਵੇਂ ਸਿੰਘਾਂ ਦੇ ਨਾਮ ਨਾਲ ਮਹਾਰਾਜ ਨੇ ਸਿੰਘ ਲਾਇਆ ਨਾ ਸਿੱਖਾਂ ਦੇ ਨਾਮ ਨਾਲ, ਤੇ ਮਾਈਆਂ ਦੇ ਨਾਮ ਨਾਲ ਕੌਰ ਲਾਇਆ ਸਤਿਗੁਰੂ ਜੀ। ਪਰ ਇਹ ਇਤਿਹਾਸ ਵਿੱਚ ਪਹਿਲੇ ਨਾਮ ਆਉਂਦੇ ਹਨ। ਇਹ ਵੀ ਨਾਮ ਮਾਤਾਵਾਂ ਦੇ ਸਤਿਕਾਰਯੋਗ ਹਨ। ਮਾਤਾ ਗੁਜਰ ਕੌਰ ਜੀ ਤੇ ਨਾਲ ਦੋਵੇਂ ਛੋਟੇ ਸਾਹਿਬਜ਼ਾਦੇ ਹਨ। ਜੋਰਾਵਰ ਸਿੰਘ ਫਤਿਹ ਸਿੰਘ ਧਰਮ ਧਾਮ ਹੈ, ਜਿਨ੍ਹਾਂ ਦਾ ਨਾਮ ਹੈ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। 7 ਸਾਲ ਤੇ 9 ਸਾਲ ਦੀ ਸਰੀਰ ਕਾਰਬਲਾ ਹੈ। ਬਾਬਾ ਜੋਰਾਵਰ ਸਿੰਘ ਜੀ ਦੀ 7 ਸਾਲ ਦੀ ਸਰੀਰ ਕਾਰਬਲਾ ਹੈ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ, ਵਾਹਿਗੁਰੂ ਬਾਬਾ ਜੋਰਾਵਰ ਸਿੰਘ ਜੀ ਦੀ 9 ਸਾਲ ਦੀ ਉਮਰ ਹੈ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ 7 ਸਾਲ ਦੀ ਸਰੀਰ ਕਾਰਬਲਾ ਹੈ। ਤੇ ਧਰਮ ਧਾਮ ਹੈ, ਕਹਿੰਦੇ ਧਰਮ ਦਾ ਘਰ ਹਨ ਗੁਰੂ ਕੇ ਲਾਲ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਧਰਮੀ ਹਨ, ਧਰਮ ਦਾ ਘਰ ਹੈ। ਉਹਨਾਂ ਦੇ ਰੋਮ ਰੋਮ ਵਿੱਚ ਧਰਮ ਵਸਿਆ ਹੋਇਆ, ਉਹਨਾਂ ਦੇ ਰੋਮ ਰੋਮ ਵਿੱਚ ਗੁਰਬਾਣੀ ਵਸੀ ਹੋਈ ਹੈ, ਨਾਮ ਵਸਿਆ ਹੋਇਆ। ਗੁਰੂ ਕੇ ਸਾਹਿਬਜ਼ਾਦੇ ਨਾਮ ਦੇ ਨਾਲ, ਬਾਣੀ ਦੇ ਨਾਲ ਰੰਗੇ ਹੋਏ ਹਨ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਦੇ ਪਾਤਰ ਹਨ ਤੇ ਧਰਮ ਦੇ ਘਰ ਹਨ। ਗੁਰੂ ਸੰਗ ਵਿਛੜੇ ਸੋ ਸਰਸਾ ਕੇ ਜੰਗਿਆਏ। ਜਿਸ ਵੇਲੇ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਿਆ ਨਾ ਕਲਗੀਧਰ ਪਾਤਸ਼ਾਹ ਨੇ, ਤੇ ਜੰਗ ਹੋਇਆ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਦੇ ਘਾਟ ਤੱਕ। ਸਰਸਾ ਚੜੀ ਹੋਈ ਬਹੁਤੀ, ਜਦੋਂ ਸਰਸਾ ਪਾਰ ਕੀਤੀ ਹੈ ਤੇ ਗੁਰੂ ਸਾਹਿਬ ਨਾਲੋਂ ਗੁਰੂ ਕੇ ਛੋਟੇ ਪੁੱਤਰ ਵਿਛੜ ਗਏ। ਆਪਣੇ ਦਾਦੀ ਮਾਤਾ ਜੀ ਦੇ ਨਾਲ ਹਨ। ਮਾਤਾ ਜੀ ਕੋ ਬਿਨੈ ਕਰੀ ਗੰਗੂ ਪਾਪੀ ਨਾਮ ਹੈ। ਤਾਂ ਜਿਸ ਵੇਲੇ ਗੁਰੂ ਸਾਹਿਬ ਜੀ ਦਾ ਪਰਿਵਾਰ ਸਰਸਾ ਦੇ ਘਾਟ ਤੇ 3 ਹਿੱਸਿਆਂ ਵਿੱਚ ਹੋ ਗਿਆ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ 40 ਸਿੰਘ ਰੋਪੜ ਨੂੰ ਜਾਂਦਿਆਂ ਹੋਇਆਂ ਸ੍ਰੀ ਭੱਠਾ ਸਾਹਿਬ ਸਥਾਨ ਜਿੱਥੇ ਸੋਭਾ ਪਾਉਂਦਾ ਹੈ ਉੱਥੇ ਚਰਨ ਪਾ ਕੇ ਫਿਰ ਚਮਕੌਰ ਚਲੇ ਗਏ ਸੀ। 7 ਪੋਹ ਦੀਆਂ ਸ਼ਾਮਾਂ ਮਹਾਰਾਜ ਸਾਹਿਬ ਜੀ ਦੇ ਮਹਿਲ ਧਰਮ ਪਤਨੀਆਂ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਣੀ ਸਿੰਘ ਸਾਹਿਬ, ਭਾਈ ਜਵਾਹਰ ਸਿੰਘ ਜੀ, ਤਿੰਨਾਂ ਦੇ ਨਾਲ ਰੋਪੜ ਇੱਕ ਰਾਤ ਕੱਟ ਕੇ ਫਿਰ ਦਿੱਲੀ ਨੂੰ ਮਾਤਾਵਾਂ ਚਲੇ ਗਏ ਸਨ। ਤੇ ਛੋਟੇ ਸਾਹਿਬਜ਼ਾਦੇ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਸਰਸਾ ਪਾਰ ਕਰਨ ਤੋਂ ਬਾਅਦ ਬਾਬੇ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ 7 ਪੋਹ ਦੀ ਰਾਤ ਕੱਟੀ ਹੈ। ਇੱਥੇ ਫਿਰ ਗੰਗੂ ਪਾਪੀ ਲਿਖਿਆ, ਇੱਥੇ ਗੰਗੂ ਬ੍ਰਾਹਮਣ ਜਿਹੜਾ ਸੀ, ਮਾਤਾ ਜੀ ਕੇ ਕੋ ਬਿਨੈ ਕਰੀ ਗੰਗੂ ਪਾਪੀ ਖਾਮ ਹੈ। ਜਿਹੜਾ ਕਚਿਆਈ ਵਾਲਾ ਕੱਚਾ ਗੰਗੂ ਪਾਪੀ ਹੈ, ਉਹ ਗੰਗੂ ਪਾਪੀ ਨੇ ਇੱਥੇ ਬਾਬੇ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਤੁਸੀਂ ਮੇਰੇ ਨਾਲ ਚਲੋ, ਮੈਂ ਤੁਹਾਨੂੰ ਆਪਣੇ ਘਰੇ ਲੈ ਚੱਲਦਾ। ਫਿਰ ਇਸ ਥਾਂ ਤੋਂ ਜਿੱਥੇ ਅੱਜ ਕੱਲ੍ਹ ਜਿੱਥੇ ਬਾਬੇ ਕੁੰਮੇ ਮਾਸ਼ਕੀ ਦੀ ਛੰਨ ਸੀ, ਤਾਂ ਉਸ ਥਾਂ ਦੇ ਉੱਤੇ ਸੋਹਣਾ ਗੁਰਦੁਆਰਾ ਸਾਹਿਬ ਸੋਭਾ ਪਾਉਂਦਾ। ਹਰ ਸਾਲ ਉੱਥੇ ਸਮਾਗਮ ਹੁੰਦਾ, ਕਈਆਂ ਸਾਲਾਂ ਤੋਂ ਆਰੰਭ ਹੋਇਆ। ਤਾਂ ਉਸ ਥਾਂ ਦੇ ਉੱਤੇ ਇਹ ਗੰਗੂ ਪਾਪੀ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਤੇ ਮਾਤਾ ਜੀ ਨੂੰ ਆਪਣੇ ਨਾਲ ਲੈ ਲਿਆ ਹੈ। ਕਿਹੜੀ ਪਿੰਡ ਲੈ ਲਿਆ ਪੱਚਰ ਖੱਜਰ ਚੁਰਾਈ ਨਾਮ। ਆਪਣੇ ਪਿੰਡ ਖੇੜੀ ਲੈ ਗਿਆ।
जिस पिंड नूं खेड़ी भी कहा जाता है तो सहेड़ी भी कहा जाता। साध संगत वो गंगू पापी अपने घर माता जी नूं ते छोटे लाला नूं लै गया। माता जी के पास कुछ मोहरां सी, रात के मौके के उत्ते उन्हें मोहरां चुक लईआं। साध संगत चोरी कर लई। माता जी ने जदों पुछया तो कहन लगा माता जी कोई चोर लै गया होगा, आप चुक के लुका लेना सी। माता जी कहन लगे भी गंगया इत्थे तो कोई चोर और रात के मौके आया ही नहीं है, कि कोई गल नहीं जे तेनों चाहिदियां मोहरां तो तू लै लै। पर कहन लगा तुसी मेरा नाम लैंदे हो, एक तो मैं तुहानूं अपने घरे लैके आया, सारे पासे फौज आप जी नूं लभदी फिरदी है, ते तुसी मेरा नाम लैंदे हो कि मैं मोहरां चोरी कीतियां। माता जी कहंदे उच्ची ना बोल, पर इहदा मन बेईमान होया। ये 9 पोह जदों 8 पोह की रात ये घरे माता जी ने ते छोटे साहिबजादियां ने बतीत कीती आ, ते 9 पोह नूं साध संगत जी फिर ये थाणेदारां नूं लैण वास्ते जाण लगा। कहंदे आ कि इसके घर वाली ने बड़ा रोकिया सी कि तूं ये पाप ना कमा, पर जिस वेले बंदे दे भाग माड़े हुंदे आ उस वेले पापी बंदे नूं पाप चंगा लगदा। गुरु ग्रंथ साहिब महाराज कहंदे पाप बुरा पापी को प्यारा। पापी नूं चंगा लगदा, घर वाली रोकदे रही आ कि तूं ये पाप ना कर, ते बहुत वड्डा पाप है, पर ये गंगू ब्राह्मण नहीं मन्निया और ये तुर पिया। गुरु महाराज का बचन धुरकी बाणी का, इंसान ने चंगा काम करना होवे ना तो ये ढिल करदा, जे बुरा काम करना होवे तो बड़ी छेती करदा। सतगुरु कहंदे चंगियाई आलत करे, बुरियाई होए शेर। बुरियाई करनी होवे तो छेती करदा, काली ना करदा। तो गरीब नवाज सच्चे पातशाह अमृत बाणी दे विच ऐसे बचन फरमाउंदे आ कि पापी जिहड़ा है वो पाप करने वास्ते बड़ी काली करदा, छेती करदा। उंज महाराज साहब जी ने कहा कि पाप कर लग्या देरी करनी चाहिए है, धर्म कमाउण लग्या छेती करना चाहिए। नह बिलंब धर्मं बिलंब पापं। गरीब नवाज कहते धर्म कर लग्या देरी ना करो, पाप कर लग्या देरी करो, 100 बारी सोचो, पाप का समा टाली जाए। पर गंगू पापी गंगू ब्राह्मण ये चले गया 9 पोह नूं, पहुँच गया मरिंडे दे विच, कोतवाली दे विच। जानी खां ते मानी खां थाणेदारां नूं सिपाहियां समेत लैके आया और इसने फिर गुरु के लाला नूं गिरफ्तार करवा दिता, माता जी नूं गिरफ्तार करवा दिता है। थानेदार मान कर मरिंडे जोग राम है। तां मरिंडे विचों कोतवाली विचों थानेदार आ गए, जानी खां मानी खां आ गए, सिपाही नाल आ गए ते माता जी नूं ते गुरु के साहिबजादियां नूं गंगू पापी दे घरों गिरफ्तार कर लिया 9 पोह वाले दिने। तां हथ घड़ियां लाइयां गईयां छोटे छोटे लाला। वेखो साध संगत जी, पापियां ने जरवानियां ने हथ घड़ियां लाइयां गुरु के साहिबजादियां, क्योंकि उन्होंने अपने सूबे नूं खुश करने वास्ते, अपने अहुदेदारां नूं खुश करने वास्ते ये सारा कुछ करना ही सी। उन्होंने गुरु के पुत्रां ते कोई तरस थोड़ा करना सी। वो सिपाही आए, उन्होंने हथ घड़ियां लाइयां, जिन्हां साहिबजादियां नूं साध संगत जी गुरु के सिंह इन्ना लाड लडाउंदे सी, इन्ना प्यार करते सी, कुछड़ चुकी रखते सन साहिबजादे। वारी नहीं सी मिलती, कभी कोई सिंह चुक लेंदा सी, कभी कोई सिंह चुक लेंदा सी। ते अज उन्हां पापियां ने हथ घड़ियां लाइयां बाबा जोरावर सिंह जी नूं, बाबा फतेह सिंह जी ते फिर खेड़ी पिंड तो मरिंडे लै गए। उत्थे जाके 9 पोह की रात जिहड़ी है कोतवाली दे विच फिर कट्टी है। माता साहिबजादे संग सहित लै जाप। तां कहंदे हन कि 9 पोह की रात कोतवाली मरिंडे कट के ते फिर 10 पोह नूं माता जी नूं ते गुरु के दोवां साहिबजादियां छोटियां नूं
ਸਰਹੰਦ ਲੈ ਗਏ ਹਨ ਛੇਤੀ ਦੇ ਨਾਲ। ਕੈਦ ਕਰੇ ਗੁਰਜ ਬੰਧੁਰਾ ਕੀਆ ਨਾਮ। ਕਾਮ ਹੈ ਅੱਧਾ ਕੁਛ ਵੀ ਹੈ ਕੀਆ ਨਾਮ ਹੈ। ਤਾਂ ਕਹਿੰਦੇ ਹਨ ਕਿ ਉਸ ਵੇਲੇ ਜਦੋਂ ਸਰਹੰਦ ਦੇ ਵਿੱਚ ਲੈ ਗਏ ਨਾ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ, ਤਾਂ ਸਰਹੰਦ ਦਾ ਸੂਬਾ ਸਾਧ ਸੰਗਤ ਜੀ ਚਮਕੌਰ ਦੀ ਗੜੀ ਚੋਂ ਹਾਰ ਕੇ ਆਇਆ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ 8 ਪੋਹ ਦੀ ਰਾਤ ਨੂੰ 3 ਵਾਰੀ ਤਾੜੀ ਮਾਰ ਕੇ ਤੇ ਹਿੰਦ ਪੀਰ ਮੇਰ ਵੱਧ, ਹਿੰਦ ਪੀਰ ਮੇਰ ਵੱਧ ਉੱਚੀ ਉੱਚੀ ਕਹਿ ਕੇ ਕਿ ਹਿੰਦ ਦਾ ਪੀਰ ਜਿਸ ਨੂੰ ਤੁਸੀਂ ਕਹਿੰਦੇ ਹੋ ਉਹ ਜਾ ਰਿਹਾ ਹੈ, ਜਿਹਦੇ ਵਿੱਚ ਤਾਕਤ ਹੈ, ਫੜ ਲਓ ਸਾਨੂੰ ਜੇ ਫੜ ਸਕਦੇ। ਮਹਾਰਾਜ ਚਲੇ ਗਏ, ਛਿੱਥਾ ਹੋਇਆ, ਮਜੂਸ ਜਿਹਾ ਹੋਇਆ, ਲਾਚਾਰ ਜਿਹਾ ਹੋਇਆ। ਸਰਹੰਦ ਦਾ ਸੂਬਾ ਵਜ਼ੀਰ ਖਾਨ ਇਹ ਵਾਪਸ ਜਾਂਦਾ ਹੈ ਸਰਹੰਦ, ਤੇ ਜਾਨੀ ਖਾਨ ਤੇ ਮਾਨੀ ਖਾਨ ਨੇ ਆਖਿਆ ਹੈ ਕਿ ਸੂਬਾ ਸਾਹਿਬ ਨਿਰਾਸ਼ ਨਾ ਹੋਵੋ, ਕਿਉਂਕਿ ਸਾਡੇ ਪਾਸ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਬੱਚੇ ਗ੍ਰਿਫਤਾਰ ਹਨ, ਅਸੀਂ ਆਪ ਜੀ ਦੇ ਪਾਸ ਲੈ ਕੇ ਆਏ। ਤਾਂ ਇਹ ਬੜਾ ਖੁਸ਼ ਹੋਇਆ ਇਹ ਗੱਲ ਸੁਣ ਕਰਕੇ, ਕਹਿਣ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਉੱਤੇ ਰੱਖੋ, ਉੱਤੇ ਚੜਾ ਦਿਓ। ਹੁਣ ਗੁਰੂ ਗੋਬਿੰਦ ਸਿੰਘ ਆਪਣੇ ਮਾਤਾ ਦੇ ਮੋਹ ਦੇ ਵਿੱਚ ਤੇ ਆਪਣੇ ਪੁੱਤਰਾਂ ਦੇ ਮੋਹ ਦੇ ਵਿੱਚ, ਮਮਤਾ ਦੇ ਵਿੱਚ ਆ ਕੇ ਮੇਰੇ ਕੋਲੇ ਜ਼ਰੂਰ ਆਉਣਗੇ। ਆਪਣੀ ਮਾਤਾ ਨੂੰ ਛਡਾਉਣ ਵਾਸਤੇ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛਡਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਮੇਰੇ ਕੋਲੇ ਆਵੇਗਾ। ਹੁਣ ਉਹਨੂੰ ਆਉਣਾ ਪਵੇਗਾ। ਕਹਿਣ ਲੱਗਾ ਹੁਣ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਉੱਪਰ ਰੱਖੋ, ਕੁਝ ਖਾਣ ਵਾਸਤੇ ਕੁਝ ਪੀਣ ਵਾਸਤੇ ਨਹੀਂ ਦੇਣਾ, ਤੇ ਕੁਝ ਥੱਲੇ ਵਿਛਾਉਣ ਵਾਸਤੇ ਨਹੀਂ ਦੇਣਾ, ਕੁਝ ਉੱਤੇ ਲੈਣ ਲਈ ਨਹੀਂ ਦੇਣਾ। ਜਦੋਂ ਭੁੱਖੇ ਧਿਆਏ ਰਹਿਣਗੇ ਤੇ ਠੰਡ ਜਦੋਂ ਹੱਡਾਂ ਨੂੰ ਚੀਰੇਗੀ ਤੇ ਮੈਂ ਜੋ ਆਖਾਂਗਾ ਮੇਰੀ ਗੱਲ ਮੰਨ ਲੈਣਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ। ਉਹ ਤਾਂ ਕਿਹੋ ਜਿਹੇ ਅੱਖਰ ਵਰਤਦਾ ਹੋਵੇਗਾ ਸਾਧ ਸੰਗਤ ਜੀ। ਮਹਾਰਾਜ ਨੂੰ ਬਾਗੀ ਕਹਿੰਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਇਹ ਜਿੰਨੇ ਰਾਜੇ ਆ ਗੁਰੂ ਸਾਹਿਬ ਦੇ ਮਗਰ ਲੱਗੇ ਹੋਏ ਸਨ, ਔਰੰਗਜ਼ੇਬ ਤੋਂ ਲੈ ਕੇ 22 ਧਾਰ ਦੇ ਰਾਜੇ, ਭੀਮ ਚੰਦ ਤੋਂ ਲੈ ਕੇ ਇਹ ਸਰਹੰਦ ਦਾ ਸੂਬਾ, ਲਾਹੌਰ ਦਾ ਸੂਬਾ, ਜੰਮੂ ਦਾ ਸੂਬਾ, ਕਸ਼ਮੀਰ ਦਾ ਸੂਬਾ, ਹੋਰ ਕਈ ਲੋਕ, ਇਹ ਸਾਰੇ ਕਲਗੀਧਰ ਪਾਤਸ਼ਾਹ ਨੂੰ ਬਾਗੀ ਕਹਿੰਦੇ ਸਨ। ਕਹਿੰਦੇ ਸਰਕਾਰ ਦਾ ਬਾਗੀ ਆ ਗੁਰੂ ਗੋਬਿੰਦ ਸਿੰਘ। ਇੱਥੇ ਵੀ ਇਹੀ ਅੱਖਰ ਵਰਤਦੇ ਸੀ, ਕਹਿੰਦੇ ਬਾਗੀ ਗੁਰੂ ਗੋਬਿੰਦ ਸਿੰਘ ਤੇ ਬਾਗੀ ਗੁਰੂ ਦੇ ਬਾਗੀ ਪੁੱਤਰ, ਇਹਨਾਂ ਨੂੰ ਠੰਡੇ ਬੁਰਜ ਵਿੱਚ ਰੱਖੋ, ਮਾਤਾ ਨੂੰ ਵੀ ਠੰਡੇ ਬੁਰਜ ਵਿੱਚ ਚੜਾ ਦਿਓ। ਲਾਇਕ ਕਚਹਿਰੀ ਦੁਕਾਨ ਸਭ ਹੋਏ ਇਕੱਠਾ। 10 ਪੋਹ ਦੀ, 11 ਪੋਹ ਦੀ, 12 ਪੋਹ ਦੀ ਰਾਤ, 3 ਰਾਤਾਂ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀਆਂ। ਕਹਿਰਾਂ ਦੀ ਠੰਡ ਹੈ, ਜਿੱਥੇ ਗਰਮੀ ਦੇ ਵਿੱਚ ਵੀ ਠੰਡ ਪ੍ਰਾਪਤ ਕਰਨ ਵਾਸਤੇ ਸਰਹੰਦ ਦਾ ਸੂਬਾ ਬੈਠਦਾ ਸੀ ਉਸ ਠੰਡੇ ਬੁਰਜ ਵਿੱਚ, ਜਿਹਦੇ ਹੇਠਿਓਂ ਦੇ ਪਾਣੀ ਦਾ ਨਾਲਾ ਜਾਂਦਾ ਸੀ ਤੇ ਉੱਚਾ ਹੈ, ਬਹੁਤਾ ਉੱਚਾ। ਉੱਥੇ ਮਾਤਾ ਜੀ ਤੇ ਛੋਟੇ ਲਾਲਾਂ ਨੂੰ ਬਿਠਾਇਆ ਗਿਆ, ਔਰ ਐਸੀ ਠੰਡ ਜਿਹੜੀ ਹੈ ਉਹ ਹੱਡਾਂ ਨੂੰ ਚੀਰਦੀ ਜਾਂਦੀ ਹੈ ਤਕਰੀਲੀਆਂ ਰਾਤਾਂ। ਫਿਰ ਇਹਨਾਂ ਨੇ 11 ਪੋਹ ਨੂੰ ਕਚਹਿਰੀ ਲਾਈ ਹੈ ਤੇ ਗੁਰੂ ਕੇ ਲਾਲਾਂ ਨੂੰ ਫਿਰ ਸੱਦਿਆ ਕਚਹਿਰੀ ਦੇ ਵਿੱਚ, ਸਿਪਾਹੀ ਲੈ ਕੇ ਆਏ। ਜਿੰਨੇ ਵੀ ਤੁਰਕਵਾ ਸਾਰਾ ਤੁਰਕਾਨਾ ਇਕੱਠਾ ਹੋਇਆ ਹੈ। ਆਏ ਕੇ ਵਜੀਦਾ ਆਨੰਦ ਸੰਗ ਲੀਨ ਹੈ। ਵਜੀਦਾ ਆ ਕੇ ਬਹਿ ਗਿਆ ਆਪਣੇ ਤਖਤ ਦੇ ਉੱਤੇ, ਤੇ ਝੂਠੇ ਨੰਦ ਨੂੰ ਨਾਲ ਲਿਆ ਹੋਇਆ, ਜਿਹਦਾ ਨਾਂ ਤੇ ਸੁੱਚਾ ਨੰਦ ਸੀ ਪਰ ਇੱਥੇ ਝੂਠਾ ਨੰਦ ਹੀ ਲਿਖਿਆ। ਕਹਿੰਦੇ ਝੂਠੇ ਨੰਦ ਨੂੰ ਨਾਲ ਲਿਆ ਹੋਇਆ ਵਜੀਦੇ ਨੇ। ਹੋਰ ਵੀ ਤੁਰਕ ਇਕੱਠੇ ਹੋਏ ਸਭਾ ਦੇ ਵਿੱਚ। ਗੁਰੂ ਸੋਤ ਬੋਲ ਇਨ ਚੜੇ ਹੈ, ਫੜੇ ਹੈ ਗਜਾਈ ਆਏ। ਗੁਰੂ ਸੁਤ ਬੋਲ ਲੀਨ, ਫਤਿਹ ਹੈ ਗਜਾਈ ਆਏ। ਫਤਿਹ। ਸੋ ਗੁਰੂ ਕੇ ਸਾਹਿਬਜ਼ਾਦੇ ਜਦੋਂ ਕਚਹਿਰੀ ਵਿੱਚ ਗਏ ਆ ਨਾ, ਤੇ ਆਮੋ ਸਾਹਮਣੇ ਖਲੋ ਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਦੋਵਾਂ ਪਾਸੇ ਤੁਰਕ ਬੈਠੇ ਆ ਸਾਧ ਸੰਗਤ ਜੀ, ਬਹੁਤ ਵੱਡੀ ਗਿਣਤੀ 'ਚ। ਸਾਹਮਣੇ ਵਜੀਦਾ ਬੈਠਾ ਵਾ, ਸਰਹੰਦ ਦਾ ਸੂਬਾ, ਨਾਲ ਹੀ ਥੱਲੇ ਸੁੱਚਾ ਨੰਦ ਹੈ।
ਤੇ ਆਮੋ ਸਾਹਮਣੇ ਹੋ ਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਗੱਜ ਕੇ ਫਤਿਹ ਬੁਲਾਈ। ਆਖਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋ ਗਏ ਹੈਰਾਨ ਵੇਖ ਮੇਰਾ ਕਬੀਨ ਹੈ। ਤੇ ਹੈਰਾਨ ਹੋ ਗਏ ਸਾਰੇ ਜਿੰਨੇ ਵੱਡੇ ਵੱਡੇ ਬੈਠੇ ਸੀ ਅਹੁਦੇਦਾਰ ਕਚਹਿਰੀ ਵਿੱਚ। ਉਹਨਾਂ ਨੇ ਖਿਆਲ ਕੀਤਾ ਵੀ ਇਹ ਛੋਟੇ ਜਿਹੇ ਬੱਚੇ ਆ ਕਿ ਫਤਿਹ ਸਿੰਘ 7 ਕੁ ਸਾਲ ਦਾ, ਜੋਰਾਵਰ ਸਿੰਘ 9 ਸਾਲ ਦਾ। ਹੁਣ 7 ਸਾਲ ਤੇ 9 ਸਾਲ ਦੇ ਭੁਜੰਗੀ ਕਿੰਨੇ ਕੁ ਹੁੰਦੇ, ਕਿੰਨੀ ਕੁ ਉਮਰ ਕਿਤੇ। ਸਾਰਿਆਂ ਦੇ ਮਨ ਵਿੱਚ ਇਹ ਸੀ ਵੀ ਰਾਤ ਦੇ ਭੁੱਖੇ ਪਿਆਸੇ ਆ, ਠੰਡ ਨਾਲ ਠਰੇ ਹੋਏ ਆ, ਸਾਰੀ ਰਾਤ ਉੱਤੇ ਠੰਡੇ ਬੁਰਜ 'ਚ ਰਹੇ ਆ ਕੇ ਬੇਨਤੀਆਂ ਕਰਨਗੇ, ਤਰਲੇ ਕੱਢਣਗੇ, ਘਿਗਿਆਉਣਗੇ। ਸਾਰਿਆਂ ਦੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਖਿਆਲ ਸੀ। ਪਰ ਜਦੋਂ ਸਾਹਮਣੇ ਖਲੋ ਕਰਕੇ ਗੱਜ ਕੇ ਫਤਿਹ ਬੁਲਾਏ, ਜਿੰਨੇ ਸਭਾ ਵਿੱਚ ਬੈਠੇ ਸੀ ਸਾਰੇ ਦੇ ਸਾਰੇ ਹੈਰਾਨ ਹੋ ਗਏ। ਸਾਰੇ ਦੇ ਸਾਰੇ ਅੱਕੇ ਬੱਕੇ ਹੋ ਗਏ ਵੀ ਇਹਨਾਂ ਨੂੰ ਕਿਤੇ ਭੋਰਾ ਮਾਸਾ ਡਰ ਨਹੀਂ, ਕਿਤੇ ਭੋਰਾ ਵੀ ਭੈ ਨਹੀਂ। ਇੱਕ ਵਾਰੀ ਸਾਰੇ ਮਾਈ ਭਾਈ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜਿਸ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਰਦੇ ਅਗੰਮੜੇ ਦੇ ਪੁੱਤਰ ਆ, ਤੇ ਜਦੋਂ ਗੱਜ ਕੇ ਫਤਿਹ ਬੁਲਾਈ ਆ ਤੇ ਜਿੰਨੇ ਤੁਰਕ ਇਕੱਠੇ ਹੋਏ ਸੀ ਸਾਰੇ ਦੇ ਸਾਰੇ ਹੈਰਾਨ ਹੋ ਗਏ ਵੀ ਏਡੇ ਨਿੱਡਰ, ਇੰਨੇ ਪ੍ਰਵੀਨ, ਇੰਨੇ ਸਿਆਣੇ। ਸਾਰਾ ਤੁਰਕਾਨਾ ਹੈਰਾਨ ਹੋ ਗਿਆ। ਝੂਠੇ ਨੰਦ ਨੇ ਆਖਿਆ ਫਿਰ ਉਸ ਵੇਲੇ ਸਾਧ ਸੰਗਤ ਜੀ, ਉਹ ਸੁੱਚੇ ਨੰਦ ਨੇ, ਝੂਠੇ ਨੰਦ ਨੇ ਆਖਿਆ ਹੈ ਕਿ ਬੱਚਿਓ ਇਹ ਕੋਈ ਖਾਲਸੇ ਦਾ ਦੀਵਾਨ ਨਹੀਂ ਸਜਿਆ ਹੋਇਆ, ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਆਨੰਦਪੁਰ ਦਾ ਦੀਵਾਨ ਨਹੀਂ ਹੈ ਜਿੱਥੇ ਤੁਸੀਂ ਫਤਿਹ ਬੁਲਾਉਂਦੇ ਹੋ। ਇਹ ਸਰਹੰਦ ਦੇ ਸੂਬੇ ਵਜੀਦੇ ਦਾ, ਵਜ਼ੀਰ ਖਾਨ ਦਾ ਇਹ ਕਚਹਿਰੀ, ਉਹਦਾ ਦਰਬਾਰ ਹੈ। ਇੱਥੇ ਤੁਹਾਨੂੰ ਝੁਕ ਕੇ ਸਲਾਮ ਕਰਨੀ ਪਵੇ। ਬੱਚਿਓ ਝੁਕ ਕੇ ਸਲਾਮ ਕਰੋ, ਤੁਹਾਡੀ ਜਾਨ ਬਖਸ਼ੀ ਜਾਵੇਗੀ। ਸੂਬੇ ਨੂੰ ਝੁਕ ਕੇ ਤੁਸੀਂ ਸਲਾਮ ਕਰੋ। ਗੁਰੂ ਸੁਤ ਗਦ ਫਤਿਹ ਬੋਲ ਦੀਨ ਹੈ। ਜਦੋਂ ਮੈਂ ਆਖਿਆ ਨਾ ਸੁੱਚੇ ਨੰਦ ਨੇ ਵੀ ਬੱਚਿਓ ਝੁਕ ਕੇ ਸਲਾਮ ਕਰੋ, ਤੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਫੇਰ ਗੱਜ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੇਰ ਫਤਿਹ ਬੁਲਾ ਦਿੱਤੀ। ਸੂਬਾ ਕਹੈ ਦੀਨ ਮਨੋ ਧੀ ਮੈਂ ਨਿਰਭਾ ਕਰੂ। ਫਿਰ ਸੂਬਾ ਬੜਾ ਭੋਲਾ ਜਿਹਾ ਬਣ ਕੇ ਨਾ, ਜਿਹੜਾ ਰਾਖਸ਼ ਆ ਸਰਹੰਦ ਦਾ ਸੂਬਾ ਦੈਂਤ ਨਿਰਾ, ਉਹ ਫਿਰ ਭੋਲਾ ਜਿਹਾ ਬਣ ਕੇ ਕਹਿੰਦਾ ਬੱਚਿਓ ਮੇਰੀ ਗੱਲ ਮੰਨ ਲਓ, ਤੁਸੀਂ ਇਸਲਾਮ ਵਿੱਚ ਆ ਜਾਓ। ਇਸਲਾਮ ਦੇ ਵਿੱਚ ਜਦੋਂ ਤੁਸੀਂ ਵੱਡੇ ਹੋ ਜਾਓਗੇ, ਨਾਲੇ ਤੁਹਾਨੂੰ ਅਹੁਦੇ ਦਿੱਤੇ ਜਾਣਗੇ, ਨਾਲੇ ਤੁਹਾਨੂੰ ਨਿਕਾਹ ਕਰਾਂਗੇ, ਤੁਹਾਡੇ ਨਾਲ ਧੀ ਮੈਂ ਨਿਕਾਹ ਕਰੂੰ, ਮੈਂ ਧੀ ਦਾ ਨਿਕਾਹ ਕਰ ਦੇਵਾਂਗਾ। ਤੁਸੀਂ ਮੇਰੀ ਗੱਲ ਮੰਨੋ, ਜਦੋਂ ਵੱਡੇ ਹੋ ਜਾਓਗੇ ਤੇ ਤੁਹਾਡੇ ਨਿਕਾਹ ਕੀਤੇ ਜਾਣਗੇ। ਪਿਤਾ ਤੁਹਾਡਾ ਮਾਲੀ ਨੇ ਜੰਗ ਹਮ ਕੀਨ ਹੈ। ਕਹਿਣ ਲੱਗਾ ਤੁਹਾਡੇ ਪਿਤਾ ਨੂੰ ਅਸੀਂ ਮਾਰ ਲਿਆ ਹੈ ਬੱਚਿਓ। ਅਸੀਂ 8 ਪੋਹ ਦੀ ਜੰਗ ਕੀਤੀ ਨਾ ਚਮਕੌਰ ਦੇ ਪਿੰਡ ਵਿੱਚ, ਚਮਕੌਰ ਦੀ ਧਰਤੀ ਤੇ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਉਸ ਜੰਗ ਵਿੱਚ ਮਾਰ ਲੈਣਾ ਕੀਤਾ ਹੈ। ਸਾਹਿਬਜ਼ਾਦੇ ਗੱਜ ਬੋਲੇ ਖਾਲਸਾ ਧਰਮ ਹਮ। ਸਾਹਿਬਜ਼ਾਦੇ ਗੱਜ ਕੇ ਬੋਲੇ ਸਾਧ ਸੰਗਤ ਜੀ, ਕੋਈ ਡਰ ਨਹੀਂ, ਕੋਈ ਭੈ ਨਹੀਂ। ਕਹਿਣ ਲੱਗੇ ਅਸੀਂ ਖਾਲਸੇ ਆ ਸੂਬਿਆ, ਸਾਡਾ ਧਰਮ ਖਾਲਸਾ ਹੈ, ਸਾਨੂੰ ਮਹਾਰਾਜ ਪਿਤਾ ਜੀ ਨੇ ਖਾਲਸੇ ਬਣਾਇਆ ਹੈ। ਵਾਹਿਗੁਰੂ ਨੇ ਸਾਡੇ ਰੱਖੈ ਧਰਮ ਕੀ ਲਾਜ ਹੈ। ਤੇ ਅਸੀਂ ਵਾਹਿਗੁਰੂ ਦੇ ਸਾਜੇ ਹੋਏ ਆ, ਖਾਲਸਾ ਵਾਹਿਗੁਰੂ ਨੇ ਸਾਜਿਆ ਹੈ, ਇਸ ਕਰਕੇ ਅਸੀਂ ਧਰਮ ਦੀ ਲਾਜ ਰੱਖਾਂਗੇ। ਅਸੀਂ ਆਪਣਾ ਧਰਮ ਨਹੀਂ ਤਿਆਗਾਂਗੇ, ਅਸੀਂ ਇਸਲਾਮ ਨਹੀਂ ਕਬੂਲਾਂਗੇ। ਦੇਖੋ ਛੋਟੇ ਛੋਟੀਆਂ ਉਮਰਾਂ, ਆਪਾਂ ਕਹਿੰਦੇ ਆ ਨਾ ਵੀ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, ਛੋਟੀਆਂ ਛੋਟੀਆਂ ਉਮਰਾਂ ਪਰ ਇਹੋ ਜਿਹੇ ਬਚਨ ਕੀਤੇ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਪ੍ਰਹਿਲਾਦ ਦੇ ਬਚਨ ਆਉਂਦੇ। ਭਗਤ ਪ੍ਰਹਿਲਾਦ ਸਾਹਿਬ ਜੀ ਨੇ ਆਪ ਤਾਂ ਨਹੀਂ ਬਾਣੀ ਉਚਾਰਨ ਕੀਤੀ, ਪਰ ਉਹਨਾਂ ਨੇ ਜੋ ਕੁਝ ਕਾਰਨਾਮੇ ਕੀਤੇ ਉਹ ਗੁਰੂ ਸਾਹਿਬਾਂ ਨੇ ਆਪਣੀ ਰਸਨਾ ਤੋਂ ਉਚਾਰ ਕੇ ਦੱਸੇ।
5 ਸਾਲਾਂ ਦਾ ਭਗਤ ਪ੍ਰਹਿਲਾਦ ਸੇ, ਭੁੱਖਾ ਵੀ ਰੱਖਿਆ, ਧਿਆਇਆ ਵੀ ਰੱਖਿਆ, ਦਰਖਤ ਤੋਂ ਹੇਠਾਂ ਵੀ ਹਰਨਾਕਸ਼ ਨੇ ਸੁੱਟਿਆ, ਪਹਾੜ ਤੋਂ ਥੱਲੇ ਵੀ ਸੁੱਟਿਆ, ਕੋਠੇ 'ਚ ਵੀ ਰੱਖਿਆ, ਜਿੰਦਰਾ ਵੀ ਬਾਹਰੋਂ ਮਾਰਿਆ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਤਰ ਗੁਰ ਗੋਪਾਲ। ਪਰ ਡਰਦਾ ਹੀ ਨਹੀਂ, ਉਹ ਕਹਿੰਦਾ ਮੈਂ ਕਿਉਂ ਡਰਾਂ, ਮੇਰੇ ਅੰਦਰ ਬੈਠਾ ਹੈ ਜਿਹਨੇ ਮੇਰੀ ਰੱਖਿਆ ਕਰਨੀ। 5 ਸਾਲਾਂ ਦਾ ਬੱਚਾ ਨਹੀਂ ਡਰਦਾ, ਇਹਦੇ ਤਾਂ 7 ਤੇ 9 ਸਾਲ ਦੇ ਗੁਰੂ ਕੇ ਪੁੱਤਰ। ਇਸ ਕਰਕੇ ਕਹਿੰਦੇ ਅਸੀਂ ਵਾਹਿਗੁਰੂ ਦੇ ਸਾਜੇ ਹੋਏ ਹਾਂ। ਪਰ ਕਿੰਨੀ ਨਿਡਰਤਾ, ਕਿੰਨੀ ਪ੍ਰਵੀਣਤਾ, ਕਿਉਂਕਿ ਰੋਜ਼ ਕਲਗੀਧਰ ਪਾਤਸ਼ਾਹ ਦੇ ਬਚਨ ਸੁਣਨੇ ਨਾ। ਮਹਾਰਾਜ ਸਾਹਿਬ ਜੀ ਬਚਨ ਕਰਦੇ ਸੀ ਨਾ ਵੀ ਖਾਲਸਾ ਅਕਾਲ ਪੁਰਖ ਦਾ ਸਾਜਿਆ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਤੇ ਜਿਹੜਾ ਪਰਮਾਤਮਾ ਦੀ ਮੌਜ ਵਿੱਚੋਂ ਪੈਦਾ ਹੋਇਆ ਉਹਨੂੰ ਕੌਣ ਖਤਮ ਕਰਨ ਵਾਲਾ। ਕਈ ਵਾਰੀ ਆਪਾਂ ਕਹਿ ਦਿੰਦੇ ਆ ਨਾ ਵੀ ਆਹ ਢਿੱਲਣ ਉਤਰਾ ਚੜਾ ਜੇ ਤੇ ਆਉਂਦੇ ਹੀ ਰਹਿੰਦੇ ਆ, ਆਉਂਦੇ ਰਹਿੰਦੇ ਆ, ਰੁੱਤਾਂ ਬਦਲਦੀਆਂ ਰਹਿੰਦੀਆਂ ਵਾ, ਸਾਰਾ ਕੁਝ ਕਦੀ ਉੱਪਰ ਥੱਲੇ ਹੁੰਦਾ ਰਹਿੰਦਾ ਵਾ ਪ੍ਰੋਗਰਾਮ। ਪਰ ਇਹ ਖਾਲਸਾ ਨਹੀਂ ਸਮਾਪਤ ਹੋਣ ਵਾਲਾ। ਖਾਲਸਾ ਦੇ ਉਦੋਂ ਨਹੀਂ, ਵੇਖੋ ਸਾਹਿਬਜ਼ਾਦੇ ਦੋਵੇਂ ਹੀ ਆ ਨਾ, ਆਲੇ ਦੁਆਲੇ ਕਿੰਨੇ ਤੁਰਕਾਂ ਦੀ ਕਚਹਿਰੀ ਲੱਗੀ ਪਈ ਆ। ਉਹ ਕਹਿੰਦੇ ਅਸੀਂ ਵਾਹਿਗੁਰੂ ਦੇ ਸਾਜੇ ਹੋਏ ਆ, ਧਰਮ ਨਹੀਂ ਛੱਡਾਂਗੇ। ਤੇ ਵਾਹਿਗੁਰੂ ਨੇ ਖਾਲਸੇ ਨੂੰ ਸਾਜਿਆ। ਇਸ ਕਰਕੇ ਕੋਈ ਕਿਸੇ ਰਾਜੇ ਦੀ ਫੌਜ, ਕੋਈ ਕਿਸੇ ਰਾਜੇ ਦੀ, ਖਾਲਸਾ ਤੇ ਹੈ ਹੀ ਵਾਹਿਗੁਰੂ ਦੀ ਫੌਜ, ਅਕਾਲ ਪੁਰਖ ਕੀ ਫੌਜ। ਤਾਂ ਸਾਹਿਬਜ਼ਾਦੇ ਕਹਿੰਦੇ ਅਸੀਂ ਧਰਮ ਦੀ ਲਾਜ ਰੱਖਾਂਗੇ, ਧਰਮ ਨੂੰ ਨਿਭਾਵਾਂਗੇ। ਅਸੀਂ ਤੁਰਕ ਨਹੀਂ ਹੋਵਾਂਗੇ, ਅਸੀਂ ਇਸਲਾਮ ਵਿੱਚ ਨਹੀਂ ਆਵਾਂਗੇ, ਅਸੀਂ ਤੇ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਂਗੂ ਸੀਸ ਲਾ ਦੇਵਾਂਗੇ। ਸਾਡੇ ਦਾਦਾ ਜੀ ਨੇ ਸੀਸ ਲਾਇਆ ਸੀ ਨਾ ਸੂਬਿਆ ਚਾਂਦਨੀ ਚੌਂਕ ਦੇ ਵਿੱਚ, ਅਸੀਂ ਆਪਣੇ ਦਾਦਾ ਜੀ ਵਾਂਗੂ ਸੀਸ ਲਾਵਾਂਗੇ, ਧਰਮ ਨਹੀਂ ਛੱਡਾਂਗੇ। ਹਾਂ, ਤੁਰਕਾਂ ਦਾ ਰਾਜ ਭਾਗ ਨਾਸ ਹੋਵੇਗਾ, ਸਾਡੇ ਪਿਤਾ ਜੀ ਗਰੀਬਾਂ ਨੂੰ ਨਿਵਾਜਣਗੇ। ਬੜੇ ਤਿੱਖੇ ਜਵਾਬ ਦਿੱਤੇ, ਤਿੱਖੇ। ਐਵੇਂ ਨਹੀਂ ਸੀ ਕਿਹਾ ਸੁੱਚੇ ਨੰਦ ਨੇ ਵੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਆ। ਸਵਾਲਾਂ ਦੇ ਜਵਾਬ ਬੜੇ ਤਿੱਖੇ ਦਿੱਤੇ ਸੀ। ਉਹ ਇੱਕ ਗੱਲ ਕਰਦੇ ਸੀ ਤੇ ਦੋਵੇਂ ਗੁਰੂ ਕੇ ਲਾਲ ਇੱਕ ਦੇ ਕਈ ਬਚਨ ਅੱਗੇ ਸੁਣਾਉਂਦੇ ਸੀ। ਕਹਿੰਦੇ ਤੁਸੀਂ ਆਂਦੇ ਹੋ ਵੱਡੇ ਹੋਵੋਗੇ, ਤੁਹਾਨੂੰ ਅਹੁਦੇ ਦਿੱਤੇ ਜਾਣਗੇ, ਤੁਹਾਡੇ ਨਿਕਾਹ ਕੀਤੇ ਜਾਣਗੇ। ਕਹਿੰਦੇ ਅਸੀਂ ਤੁਰਕਣੀਆਂ ਨਾਲ ਵਿਆਹ ਕਰਕੇ ਆਪਣਾ ਧਰਮ ਥੋੜਾ ਤਿਆਗਣਾ, ਅਸੀਂ ਨਹੀਂ ਤੁਰਕਣੀਆਂ ਨਾਲ ਵਿਆਹ ਕਰਾਵਾਂਗੇ। ਅਸੀਂ ਜੱਤ ਸੱਤ ਰੱਖਾਂਗੇ ਤੇ ਅਸੀਂ, ਸਾਡਾ ਤੇ ਕਾਲ ਜਿਹੜਾ ਮੌਤ ਦਾ ਭੈ ਹੈ ਨਾ, ਉਹ ਕਹਿੰਦੇ ਕਿ ਅਸੀਂ ਖੰਡਿਆ ਹੋਇਆ ਹੈ, ਸਾਨੂੰ ਕੋਈ ਮੌਤ ਦਾ ਭੈ ਨਹੀਂ ਹੈ। ਉਹਨਾਂ ਨੇ ਆਖਿਆ ਤੁਹਾਡੇ ਪਿਤਾ ਨੂੰ ਮਾਰ ਲਿਆ ਸੀ ਜੰਗ ਕਰਕੇ। ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਕਹਿੰਦੇ ਸਾਡੇ ਪਿਤਾ ਜੀ ਅਬਿਨਾਸੀ ਆ, ਅਬਿਨਾਸੀ ਗੁਰੂ। ਤੇ ਅਬਿਨਾਸੀ ਸਤਿਗੁਰੂ ਨੂੰ ਕੌਣ ਮਾਰ ਸਕਦਾ? ਕੋਈ ਨਹੀਂ ਜੰਮਿਆ ਸਾਡੇ ਪਿਤਾ ਨੂੰ ਮਾਰਨ ਵਾਲਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਿਹਾ ਸਮਾਏ। ਇਸ ਕਰਕੇ ਸਾਡੇ ਅਬਿਨਾਸੀ ਪਿਤਾ ਨੂੰ ਨਹੀਂ ਕੋਈ ਮਾਰ ਸਕਦਾ। ਜਦੋਂ ਸਾਡੇ ਪਿਤਾ ਗੁਰੂ ਜੀ ਜੰਗ ਵਿੱਚ ਗੱਜਦੇ ਆ ਨਾ, ਤੀਰ ਚਲਾਉਂਦੇ ਆ, ਤਾਂ ਉਸ ਵੇਲੇ ਤੁਸੀਂ ਤਾਂ ਕਾਇਰ ਬਣ ਕੇ, ਬੁਜਦਲ ਬਣ ਕੇ, ਡਰਪੋਕ ਬਣ ਕੇ ਸਾਡੇ ਪਿਤਾ ਜੀ ਦੇ ਸਾਹਮਣੇ ਭੱਜ ਜਾਂਦੇ ਹੋ। 2 ਦਿਨ ਸਾਧ ਸੰਗਤ ਜੀ, 11 ਪੋਹ ਤੇ 12 ਪੋਹ, 2 ਦਿਨ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਲਿਜਾਇਆ ਗਿਆ। ਦੋਵੇਂ ਦਿਨ ਐਸੇ ਸਵਾਲ ਜਵਾਬ ਹੋਏ। ਫਿਰ ਜਿਹੜਾ ਝੂਠਾ ਨੰਦ ਉਹ ਕਹਿਣ ਲੱਗਾ ਵੇਖੋ ਸੂਬਾ ਜੀ ਇਹ ਕਿੰਨੇ ਤਿੱਖੇ ਬੋਲਦੇ ਹਨ। ਇਹਨਾਂ ਨੂੰ ਮਾਰ ਦਿਓ, ਇਹ ਰੱਖਣੇ ਯੋਗ ਨਹੀਂ। ਜਿਵੇਂ ਸੱਪ ਦੇ ਬੱਚੇ ਸਖੋਲਗੇ ਹੁੰਦੇ ਆ, ਜਿਵੇਂ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ,
ਇਸੇ ਤਰ੍ਹਾਂ ਬਾਗੀ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਬਾਗੀ ਪੁੱਤਰ ਵਾ, ਇਹਨਾਂ ਨੂੰ ਰੱਖਣਾ ਨਹੀਂ ਚਾਹੀਦਾ, ਛੱਡਣਾ ਨਹੀਂ ਚਾਹੀਦਾ, ਇਹਨਾਂ ਨੂੰ ਮਾਰ ਦੇਣਾ ਕਰੋ, ਖਤਮ ਕਰ ਦਿਓ। ਫਿਰ ਕੱਲ ਵਾਲੇ ਦਿਨ 12 ਪੋਹ ਨੂੰ ਫਤਵਾ ਲੱਗਾ ਸਾਧ ਸੰਗਤ। ਸਰਹੰਦ ਦੇ ਸੂਬੇ ਨੇ ਆਖਿਆ ਕਾਜੀ ਨੂੰ ਕਿ ਫਤਵਾ ਲਾ, ਤੇ ਕਾਜੀ ਨੇ ਫਿਰ ਸੜੀ ਹੋਈ ਜ਼ਬਾਨ ਦੇ ਵਿੱਚੋਂ ਇਹ ਫਤਵਾ ਦਿੱਤਾ, ਬੋਲ ਕੇ ਸੁਣਾਇਆ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਬਾਗੀ, ਗੁਰੂ ਗੋਬਿੰਦ ਸਿੰਘ ਦੇ ਬਾਗੀ ਪੁੱਤਰ, ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ, ਦੀਵਾਰਾਂ ਵਿੱਚ ਚਿਣ ਕੇ ਖਤਮ ਕਰ ਦੇਣਾ ਚਾਹੀਦਾ ਹੈ। ਵਿੱਚ ਸਭਾ ਦੇ ਬੈਠਾ ਹੋਇਆ ਸੀ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ। ਉਹਨੇ ਆਖਿਆ ਉਹ ਖੈਰ ਇਹ ਕਹਿਰ ਵਰਤ ਗਿਆ, ਇਹ ਜ਼ੁਲਮ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਛੋਟੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਮਾਰਨ ਦਾ ਸਾਡਾ ਧਰਮ ਸਾਨੂੰ ਇਹ ਇਜਾਜ਼ਤ ਨਹੀਂ ਦਿੰਦਾ, ਇਹ ਪਾਪ ਹੈ, ਇਹ ਜ਼ੁਲਮ ਹੈ। ਪਰ ਉਹਦੀ ਕੋਈ ਨਹੀਂ ਸੁਣਦਾ, ਸਗੋਂ ਉਲਟੀ ਇਹ ਗੱਲ ਆਖੀ ਸਰਹੰਦ ਦੇ ਸੂਬੇ ਨੇ, ਕਹਿਣ ਲੱਗਾ ਵੀ ਨਵਾਬ ਮਲੇਰਕੋਟਲਾ ਸਾਹਿਬ, ਹਾਲੇ 4 ਦਿਨ ਦੀ ਗੱਲ ਹੈ, ਤੁਹਾਡੇ ਭਰਾ ਨਾਰ ਖਾਨ ਨੂੰ ਚਮਕੌਰ ਦੀ ਜੰਗ ਵਿੱਚ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਤੀਰ ਨਾਲ ਮਾਰਿਆ। ਤੁਸੀਂ ਇਹਨਾਂ ਬੱਚਿਆਂ ਨੂੰ ਕਤਲ ਕਰਕੇ, ਇਹਨਾਂ ਨੂੰ ਖਤਮ ਕਰਕੇ ਆਪਣੇ ਭਰਾ ਦਾ ਬਦਲਾ ਲੈ ਲਓ। ਉਹਨੇ ਆਖਿਆ ਜੇ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਆਉਣਗੇ, ਮਰਦਾਂ ਦੀ ਗੱਲ ਇਹ ਹੁੰਦੀ ਆਮੋ ਸਾਹਮਣੇ ਜੰਗ ਕਰਨਾ, ਪਰ ਉਹਨਾਂ ਦੇ ਇਹ ਛੋਟੇ ਛੋਟੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਰਿਹਾ ਕਰ ਦੇਣਾ ਚਾਹੀਦਾ, ਇਹਨਾਂ ਨੂੰ ਛੱਡ ਦੇਣਾ ਚਾਹੀਦਾ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਉਹਦੀ ਕਿਸੇ ਨੇ ਗੱਲ ਕੋਈ ਨਹੀਂ ਸੁਣੀ। ਪਰ ਉਸ ਮਰਦ ਨੇ, ਮਲੇਰਕੋਟਲੇ ਦੇ ਨਵਾਬ ਨੇ, ਸਾਰੇ ਤੁਰਕਾਂ ਦੀ ਕਚਹਿਰੀ ਵਿੱਚ ਇਕੱਲੇ ਬੰਦੇ ਨੇ ਇਹ ਗੱਲ ਆਖੀ ਵੀ ਇਹ ਜ਼ੁਲਮ ਵਾ, ਇਹ ਪਾਪ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਸਾਧ ਸੰਗਤ ਜੀ, ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਨਾ 10ਵੇਂ ਪਾਤਸ਼ਾਹ ਨੇ ਥਾਪੜਾ ਦੇ ਕੇ, ਉਦੋਂ ਆਖਿਆ ਸੀ ਵੀ ਨਵਾਬ ਮਲੇਰਕੋਟਲੇ ਸ਼ੇਰ ਮੁਹੰਮਦ ਖਾਨ ਨੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਤੇ ਮਲੇਰਕੋਟਲੀ ਰਿਆਸਤ ਨੂੰ ਨਹੀਂ ਕੁਝ ਆਖਣਾ। ਜਿਹੜੀ ਮਲੇਰਕੋਟਲੇ ਦੀ ਰਿਆਸਤ ਵਾ ਉਹ ਵਸਦੀ ਰਹਿਣੀ ਚਾਹੀਦੀ, ਤਾਂ ਅੱਜ ਤੀਕ ਉਹ ਵਸਦੀ ਨਹੀਂ। ਤੇ ਕਈ ਸ਼ਹਿਰ ਢਾਹ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਕਾਤੀ ਸੀ ਆ ਕੇ। ਸਰਹੰਦ ਨੂੰ ਵੀ ਢਾਇਆ ਸੀ, ਸਰਹੰਦ ਦੀ ਇੱਟ ਨਾਲ ਇੱਟ ਖੜਕੀ, ਸਮਾਣੇ ਨੂੰ, ਸਢੌਰੇ ਨੂੰ, ਜਿਨ੍ਹਾਂ ਜਿਨ੍ਹਾਂ ਪਾਪੀਆਂ ਨੇ ਜ਼ੁਲਮ ਕੀਤਾ ਸੀ ਉਹਨਾਂ ਨੂੰ ਬਾਬਾ ਜੀ ਨੇ ਸਜ਼ਾਵਾਂ ਦਿੱਤੀਆਂ ਸੀ। ਤੇ ਅੱਜ ਵੀ ਮਲੇਰਕੋਟਲੇ ਦੇ ਵਿੱਚ ਹਾ ਦਾ ਨਾਰਾ ਗੁਰਦੁਆਰਾ ਸਾਹਿਬ ਅਸਥਾਨ ਬਣਿਆ ਹੋਇਆ। ਵੇਖੋ ਉਹ ਵੀ ਮੁਸਲਮਾਨ ਧਰਮ ਵਿੱਚ ਪੈਦਾ ਹੋਣ ਵਾਲਾ ਇਨਸਾਨ ਸ਼ੇਰ ਮੁਹੰਮਦ, ਵਾਹਿਗੁਰੂ। ਸੋ ਉੱਥੋਂ ਦਾ ਜਿਹੜਾ ਨਵਾਬ ਹੈ, ਤਾਂ ਉਸਨੇ ਇਹ ਆਖਿਆ ਵੀ ਇਹ ਪਾਪ ਹੈ, ਇਹ ਬੜੇ ਸੋਗ ਵਾਲੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਹ ਜ਼ੁਲਮ ਨਾ ਢਾਇਆ ਜਾਵੇ। ਸਗੋਂ ਇਹ ਗੱਲ ਆਖੀ ਕਿ ਸੂਬਾ ਸਰਹੰਦ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ ਚਾਹੀਦਾ, ਇਹ ਛੋਟੇ ਛੋਟੇ ਬੱਚਿਆਂ ਉੱਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਆਪਣੇ ਆਪ ਨੂੰ ਬਹਾਦਰ ਕਮਾਉਣ ਵਾਲਿਓ, ਗੁਰੂ ਗੋਬਿੰਦ ਸਿੰਘ ਦਾ ਤੇ ਮੁਕਾਬਲਾ ਨਹੀਂ ਹੋਇਆ ਤੁਹਾਡੇ ਤੋਂ। ਚਮਕੌਰ ਦੀ ਗੜੀ 'ਚ ਜਦੋਂ ਤੀਰ ਛੱਡਦੇ ਸੀ ਉਹ, ਉੱਥੋਂ ਤਾਂ ਤੁਸੀਂ ਭੱਜ ਭੱਜ ਕੇ ਬਚੇ ਹੋ। ਉਹਨੇ ਆਖਿਆ ਗੁਰੂ ਦੇ ਪਾਸੋਂ ਤੇ ਭੱਜ ਕੇ ਆ ਗਏ ਹੋ, ਜੰਗ ਵਿੱਚ ਤਾਂ ਤੀਰ ਖਾਧੇ ਨਹੀਂ ਸਾਹਮਣੇ ਹੋ ਕੇ। ਇਹ ਛੋਟੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਤੁਸੀਂ ਫੜ ਕੇ ਤੇ ਸਾਰੇ ਇਕੱਠੇ ਹੋ ਗਏ ਜੇ, ਇਹ ਤੁਸੀਂ ਜ਼ੁਲਮ ਕਰ ਰਹੇ ਹੋ। ਕਿਉਂਕਿ ਸਾਰੀ ਦੁਸ਼ਟ ਚੌਂਕੜੀ ਇਕੱਠੀ ਹੋਈ ਸੀ, ਨਵਾਬ ਮਲੇਰਕੋਟਲੇ ਦੀ ਕਿਸੇ ਨੇ ਵੀ ਗੱਲ ਨਹੀਂ ਮੰਨੀ। ਕਹਿੰਦੇ ਇਸ ਤਰ੍ਹਾਂ 3 ਦਿਨ ਬੀਤੇ। ਦਿਨ ਕਚਹਿਰੀ ਵਿੱਚ ਲਿਆਉਂਦੇ ਸੀ, ਲਾਲਚ ਦਿੰਦੇ ਸੀ, ਡਰਾਵੇ ਦਿੰਦੇ ਸੀ, ਔਰ ਕਈਆਂ ਗੁਰਮੁਖਾਂ ਨੇ ਐਸਾ ਵੀ ਬਚਨ ਕੀਤਾ ਹੈ ਕਿ ਸਾਹਿਬਜ਼ਾਦਿਆਂ ਨੂੰ ਸ਼ਮਕਾਂ ਨਾਲ ਵੀ ਕੁੱਟਿਆ ਗਿਆ, ਕੋਰੜਿਆਂ ਨਾਲ ਵੀ ਕੁੱਟਿਆ ਗਿਆ, ਹੱਥਾਂ ਦੇ ਵਿੱਚ ਪਲੀਤੇ ਰੱਖ ਕੇ ਉਹਨਾਂ ਨੂੰ ਵੀ ਅੱਗ ਲਾਈ ਗਈ ਵੀ ਇਸ ਤਰ੍ਹਾਂ ਸਾਡੀ ਗੱਲ ਮੰਨਣ ਡਰਨ। ਪਰ ਗੁਰੂ ਕੇ ਲਾਲਾ ਨੇ ਕੋਈ ਇਹਨਾਂ ਦੀ ਕੀਮ ਨਹੀਂ ਮੰਨੀ।
3 ਰਾਤਾਂ 10 ਪੋਹ ਦੀ, 11 ਪੋਹ ਤੇ 12 ਪੋਹ ਦੀ, ਇਹ 3 ਰਾਤਾਂ ਠੰਡੇ ਬੁਰਜ ਵਿੱਚ ਬਤੀਤ ਕੀਤੀਆਂ। ਤੇ ਉਸ ਮੌਕੇ ਦੇ ਉੱਤੇ ਭਾਈ ਮੋਤੀ ਰਾਮ ਜੀ ਉਹਨਾਂ ਨੇ ਦੁੱਧ ਪਿਆਉਣ ਦੀ ਸੇਵਾ ਵੀ ਕੀਤੀ। ਸਿਪਾਹੀਆਂ ਨੂੰ ਲਾਲਚ ਦੇ ਕੇ, ਪੈਸੇ ਦੇ ਕੇ, ਰਾਤ ਨੂੰ ਹਨੇਰੇ 'ਚ ਜਾ ਕੇ, ਮਾਤਾ ਜੀ ਇਹ ਮੈਂ ਦੁੱਧ ਲੈ ਕੇ ਆਇਆ। ਉਹਨੇ ਕਿਹਾ, ਮਾਂ ਜੀ ਅੱਜ ਸਾਡੇ ਪਰਿਵਾਰ ਵਿੱਚ ਵੀ ਰੋਟੀ ਕਿਸੇ ਨੇ ਨਹੀਂ ਖਾਧੀ, ਅੱਜ ਸਾਨੂੰ ਵੀ ਰੋਟੀ ਚੰਗੀ ਨਹੀਂ ਲੱਗੀ ਕਿ ਸਾਡੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚੇ ਠੰਡੇ ਬੁਰਜ ਦੇ ਵਿੱਚ ਭੁੱਖੇ ਤੇ ਆਏ ਤੇ ਇਹੋ ਜਿਹੀ ਕਹਿਰਾਂ ਦੀ ਠੰਡ ਵਿੱਚ ਬੈਠੇ ਹੋਏ ਆ ਤੇ ਜ਼ਾਲਮ ਲੋਕ ਜ਼ੁਲਮ ਕਰ ਰਹੇ ਆ। ਮਾਂ ਜੀ ਮੈਂ ਹੋਰ ਕੁਝ ਸੇਵਾ ਨਹੀਂ ਕਰ ਸਕਦਾ, ਪਰ ਮੈਂ ਆਪ ਜੀ ਵਾਸਤੇ ਆ ਦੁੱਧ ਗਰਮ ਕਰਕੇ ਲਿਆਇਆ, ਤੁਸੀਂ ਵੀ ਛਕੋ ਤੇ ਆਪਣੇ ਪੋਤਰਿਆਂ ਨੂੰ ਵੀ ਛਕਾਓ। ਧੰਨ ਗੁਰੂ ਕਾ ਲਾਲ। ਇੱਕ ਪਾਸੇ ਸੁੱਚਾ ਆਨੰਦ ਕਹਿ ਰਿਹਾ ਵਾ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਉਹ ਕਹਿ ਰਿਹਾ ਸੱਪ ਦੇ ਬੱਚੇ ਸਪੋਲਗੇ। ਉਂਝ ਉਹਨੇ ਤੇ ਆਪਣੇ ਤਰੀਕੇ ਨਾਲ ਆਖਿਆ, ਪਰ ਗੁਰੂ ਗੋਬਿੰਦ ਸਿੰਘ ਨੇ ਤਾਂ ਪਹਿਲਾਂ ਹੀ ਸਾਨੂੰ ਸਪੋਲੀਏ ਆਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਬੱਚਿਆਂ ਨੂੰ ਤੇ ਸਿੱਖ ਬੱਚੀਆਂ ਨੂੰ ਭੁਜੰਗੀ ਤੇ ਭੁਜੰਗਣ ਨਾਮ ਦਿੱਤਾ ਮਹਾਰਾਜ ਨੇ। ਮਹਾਰਾਜ ਸਾਹਿਬ ਨੇ ਆਖਿਆ ਇਹ ਸਾਡੇ ਭੁਜੰਗੀ। ਉਂਝ ਸਾਡੇ ਜਿਹੜੇ ਪੁਰਾਣੇ ਬੋਲੇ ਆ ਸਾਨੂੰ ਭੁੱਲਦੇ ਜਾਂਦੇ। ਆਪਾਂ ਆਮ ਕਹਿ ਦਿੰਦੇ ਆ ਇਹ ਜੀ ਨਿਹੰਗਾ ਸਿੰਘਾਂ ਦੇ ਬੋਲੇ। ਨਿਹੰਗਾ ਸਿੰਘਾਂ ਨੇ ਕਿੱਥੋਂ ਲੈਣ ਦੇ ਬੋਲੇ? ਇਹ ਕਹੀਏ ਖਾਲਸੇ ਦੇ ਬੋਲੇ, ਇਹ ਗੁਰੂ ਗੋਬਿੰਦ ਸਿੰਘ ਦੇ ਬੋਲੇ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੋਲੇ। ਜੇ ਨਿਹੰਗਾ ਸਿੰਘਾਂ ਵਿੱਚ ਆ ਨਾ ਬੋਲੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲੇ। ਮਹਾਰਾਜ ਨੇ ਦਿੱਤਾ ਨਾਮ ਭੁਜੰਗੀ ਤੇ ਭੁਜੰਗਣ। ਹੁਣ ਜਾਪ ਸਾਹਿਬ 'ਚ ਮਹਾਰਾਜ ਨੇ ਲਿਖਿਆ, ਕਿਸੇ ਸਿੰਘ ਨੇ ਥੋੜਾ ਲਿਖ ਦਿੱਤਾ ਭੁਜੰਗ ਪ੍ਰਿਆਤ ਛੰਦ। 10ਵੇਂ ਪਾਤਸ਼ਾਹ ਨੇ ਲਿਖਿਆ ਭੁਜੰਗ ਦਾ ਅਰਥ ਸੱਪ। ਉਹ ਕਹਿ ਰਿਹਾ ਵਾ ਵੀ ਸੱਪ ਦੇ ਬੱਚੇ ਸਪੋਲੀਏ। ਤੇ ਕਲਗੀਧਰ ਪਾਤਸ਼ਾਹ ਨੇ ਤੇ ਪਹਿਲਾਂ ਹੀ ਆਖਿਆ ਵਾ ਵੀ ਆ ਜਿਹੜੇ ਛੋਟੇ ਆਪਣੇ ਭੁਜੰਗੀ ਭਾਈ, ਮਹਾਰਾਜ ਆਵਾਜ਼ ਮਾਰਦੇ ਤੇ ਭੁਜੰਗੀ ਕਹਿੰਦੇ ਹੁੰਦੇ, ਭੁਜੰਗੀਆ ਇੱਧਰ ਆ। ਤੇ ਲੜਕੀ ਨੂੰ ਆਵਾਜ਼ ਮਾਰਨੀ ਤੇ ਭੁਜੰਗਣ ਕਹਿਣਾ, ਭੁਜੰਗੀ ਤੇ ਭੁਜੰਗਣ। ਤੋ ਇਹ ਗਰੀਬ ਨਵਾਜ ਨੇ ਬਖਸ਼ਿਸ਼ਾਂ ਕੀਤੀਆਂ ਕਲਗੀਧਰ ਪਾਤਸ਼ਾਹ ਜੀ ਨੇ। ਕਿੱਥੇ ਉਹ ਸੱਪ ਕਹਿ ਰਿਹਾ, ਸਪੋਲੀਏ ਕਹਿ ਰਿਹਾ, ਤੇ ਇਹ ਮੋਤੀ ਰਾਮ ਇਹ ਲਿਆ ਕੇ ਜਾਨ ਤਲੀ ਤੇ ਰੱਖ ਕੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਪੰਕਤੀਆਂ ਮੋਤੀ ਰਾਮ ਤੇ ਵੀ ਤਾਂ ਢੁਕਦੀਆਂ ਹੀ ਆ ਨਾ। ਉਹਨੇ ਵੀ ਤੇ ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਤਲੀ ਤੇ ਰੱਖ ਕੇ ਦੁੱਧ ਪਿਆਉਣਾ ਕੋਈ ਸੌਖਾ ਥੋੜਾ ਸੀ ਉਸ ਵੇਲੇ। ਉਹਨੇ ਆਖਿਆ ਸੀ ਸਰਹੰਦ ਦੇ ਸੂਬੇ ਨੇ ਵੀ ਜੇ ਕਿਸੇ ਨੇ ਕੁਝ ਖਵਾਇਆ ਪਿਆਇਆ, ਪਤਾ ਲੱਗ ਗਿਆ ਘਾਣ ਬੱਚਾ ਪੀੜ ਕੇ ਰੱਖ ਦੂੰ ਵੇਲਣੇ ਥਾਣੀ, ਜੇ ਬਾਅਦ 'ਚ ਵੀ ਪਤਾ ਲੱਗ ਗਿਆ। ਮੋਤੀ ਰਾਮ ਦੁੱਧ ਪਿਆਉਂਦਾ ਰਿਹਾ ਰਾਤ ਨੂੰ ਆ ਕੇ। ਜਦੋਂ ਬਾਅਦ 'ਚ ਪਤਾ ਲੱਗ ਗਿਆ ਸੀ ਤੇ ਮੋਤੀ ਰਾਮ, ਉਹਦੇ ਘਰ ਵਾਲੀ, ਉਹਦੇ ਛੋਟੇ ਛੋਟੇ ਬੱਚੇ ਲੱਕੜ ਦੇ ਵੇਲਣੇ ਥਾਣੀ ਪੀੜ ਦਿੱਤੇ ਸੀ। ਪਿਛਲੇ ਸਮੇਂ 'ਚ ਹੁਣ ਵੀ ਕਈਆਂ ਥਾਵਾਂ ਤੇ ਹੋਣਗੇ, ਕਹਿੰਦੇ ਵੀ ਲੱਕੜ ਦੇ ਵੇਲਣੇ ਵੀ ਹੁੰਦੇ ਸੀ। ਜਿਵੇਂ ਚਰਖੜੀਆਂ ਦੇ ਵਿੱਚ ਸਿੰਘਾਂ ਨੂੰ ਪੀੜਿਆ ਗਿਆ ਨਾ ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ, ਇਸ ਤਰ੍ਹਾਂ ਮੋਤੀ ਰਾਮ ਦਾ ਪਰਿਵਾਰ ਲੱਕੜ ਦੇ ਵੇਲਣੇ ਥਾਣੀ ਪੀੜ ਦਿੱਤਾ ਸੀ, ਜਿਵੇਂ ਕਮਾਦ ਪੀੜਿਆ ਜਾਂਦਾ। ਏਡੀ ਵੱਡੀ ਕੁਰਬਾਨੀ ਉਸ ਦੀ ਵੀ ਆ ਗੁਰੂ ਕੇ ਲਾਲ। ਵੇਖੋ ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਜਾਤੀ ਦੇ ਵਿੱਚ ਸਾਰੇ ਇਨਸਾਨ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ। ਇਹ ਬਰਾਬਰ ਚੱਲਦਾ। ਇੱਥੇ ਨਾ ਆਪਾਂ ਕਿਸੇ ਧਰਮ ਨੂੰ ਮਾੜਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਕਿਸੇ ਧਰਮ ਨਾਲ ਕੋਈ ਵੈਰ ਹੀ ਨਹੀਂ। ਇੱਥੋਂ ਇਹ ਵੀ ਸਿੱਖਿਆ ਮਿਲਦੀ ਆ ਵੀ ਐਸਾ ਨਹੀਂ ਜਿਹੜਾ ਕਿਸੇ ਨਾਲ ਵੈਰ ਨਾ ਕਰੇ ਵੀ ਉਹਦੇ ਨਾਲ ਦੁਨੀਆ ਵੈਰ ਨਹੀਂ ਕਰਦੀ। ਗੁਰੂ ਗੋਬਿੰਦ ਸਿੰਘ ਜੀ ਦਾ ਜੇ ਕਿਸੇ ਨਾਲ ਵੈਰ ਹੈ ਹੀ ਨਹੀਂ ਸੀ, ਫਿਰ ਵੀ ਕਿੰਨੇ ਵੈਰੀ ਬਣ ਗਏ। ਪਰ ਮਹਾਰਾਜ ਸਾਹਿਬ ਜੀ ਦਾ ਕਿਸੇ ਜਾਤੀ ਨਾਲ, ਕਿਸੇ ਬਰਾਦਰੀ ਨਾਲ, ਕਿਸੇ ਧਰਮ ਨਾਲ ਕੋਈ ਵੈਰ ਨਹੀਂ। ਸਤਿਗੁਰੂ ਤੇ ਆਪਣੀ ਰਸਨਾ ਤੋਂ ਕਹਿੰਦੇ ਹਨ ਕਿ ਸਾਰੇ ਇੱਕੋ ਹੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ। ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਣ, ਕੋਏ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ। ਵੇਖੋ ਜਿੱਥੇ ਮੁਸਲਮਾਨ ਤੇ ਉਹ ਜ਼ੁਲਮ ਵੀ ਢਾ ਰਹੇ ਆ, ਉੱਥੇ ਮੁਸਲਮਾਨ ਹਾ ਦਾ ਨਾਰਾ ਵੀ ਮਾਰ ਰਹੇ।
ਜਿੱਥੇ ਹਿੰਦੂ ਸੁੱਚਾਨੰਦ ਵਰਗੇ ਬ੍ਰਾਹਮਣ ਤੇ ਗੰਗੂ ਬ੍ਰਾਹਮਣ ਵਰਗੇ ਪਾਪੀ ਪਾਪ ਕਰ ਰਹੇ ਆ, ਤੇ ਉੱਥੇ ਮੋਤੀ ਰਾਮ ਦੁੱਧ ਵੀ ਪਿਆ ਰਿਹਾ। ਉਹਨੇ ਸੇਵਾ ਕੀਤੀ। ਕਹਿੰਦੇ ਇਸ ਤਰੀਕੇ ਨਾਲ 3 ਦਿਨ ਬੀਤੇ ਆ। ਉਹਨਾਂ ਨੇ ਫਤਵਾ ਲਾਇਆ ਇਹਨਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣਿਆ ਜਾਵੇ। 12 ਪੋਹ ਨੂੰ ਫਤਵਾ ਲਾਇਆ ਤੇ ਅੱਜ ਦੇ ਦਿਨ ਉਹਨਾਂ ਨੇ ਇਹ ਪਾਪ ਕਮਾਇਆ। 13 ਪੋਹ ਵਾਲੇ ਦਿਨ ਮਾਤ ਸਮਝਾਏ ਸੁਤ ਧਰਮ ਦਿਆ ਕੋ ਨਾਮੇ। ਮਾਤਾ ਜੀ ਨੇ ਤਿੰਨੇ ਰਾਤਾਂ ਹੀ ਠੰਡੇ ਬੁਰਜ ਦੇ ਵਿੱਚ ਲਾਲਾ ਨੂੰ ਸਮਝਾਇਆ ਕਿ ਪੁੱਤਰੋ, ਧਰਮ ਨਹੀਂ ਤਿਆਗਣਾ। ਤੁਸੀਂ ਉਸ ਕੁਲ ਵਿੱਚ ਪੈਦਾ ਹੋਏ ਹੋ। ਤੁਹਾਡੇ ਵਡੇਰੇ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੱਤੀ ਲੋਹ ਤੇ ਚੌਂਕੜਾ ਲਾਇਆ। ਉਬਲੀ ਦੇਗ ਵਿੱਚ ਬੈਠੇ, ਸੀਸ ਵਿੱਚ ਤੱਤਾ ਰੇਤ ਪਵਾਈ ਆ। ਤੁਸੀਂ ਉਸ ਪੜਦਾਦੇ ਦੇ ਪੜਪੋਤੇ ਹੋ ਜਿਸ ਨੂੰ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਆਖਿਆ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ। ਤੁਸੀਂ ਬੱਚੇ ਹੋ ਦਾਦਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ। ਵੇਖਿਓ ਕਿਤੇ ਇਹਨਾਂ ਦੇ ਲਾਲਚਾਂ 'ਚ ਨਾ ਆ ਜਾਏ। ਵੇਖਿਓ ਬੱਚਿਓ ਕਿਤੇ ਇਹਨਾਂ ਦੇ ਡਰਾਵਿਆਂ ਨਾਲ ਡਰ ਨਾ ਜਾਇਓ। ਮਾਤਾ ਜੀ ਨੇ ਗੁਰਬਾਣੀ ਸੁਣਾਈ। ਮਾਤਾ ਜੀ ਨੇ ਪਿਤਾ, ਦਾਦੇ, ਪੜਦਾਦੇ ਔਰ ਗੁਰੂ ਅਰਜਨ ਸਾਹਿਬ ਜੀ ਦਾ ਇਤਿਹਾਸ ਸੁਣਾਇਆ। ਆਖਿਆ ਪੁੱਤਰੋ, ਬੱਚਿਓ, ਧਰਮ ਨਹੀਂ ਤਿਆਗਣਾ ਹੈ। ਗੁਰੂ ਦਾਦੇ ਨੂੰ ਸੀਸ ਦੇਣਾ ਹੈ। ਤੁਸੀਂ ਗੁਰੂ ਦਾਦੇ ਵਾਂਗੂ, ਜਿਵੇਂ ਤੁਹਾਡੇ ਦਾਦਾ ਜੀ ਨੇ ਚਾਂਦਨੀ ਚੌਂਕ 'ਚ ਸੀਸ ਵਾਰਿਆ, ਇਸ ਤਰ੍ਹਾਂ ਸੀਸ ਵਾਰ ਦੇਣਾ ਹੈ। ਸਤਿਨਾਮ ਸਿੱਖਿਆ ਪੁਰਿ ਮਾਨੇ ਦ੍ਰਿੜਧਾਰੀ। ਆਪਣੇ ਦਾਦੀ ਮਾਤਾ ਜੀ ਦੀ ਸਿੱਖਿਆ ਸੁਣ ਕੇ ਸਾਹਿਬਜ਼ਾਦਿਆਂ ਨੇ ਹਿਰਦੇ ਵਿੱਚ ਪੱਕੀ ਤਰ੍ਹਾਂ ਧਾਰਨ ਕਰ ਲਈ। ਬੰਦਨਾ ਕਰਤ ਚਲੋ ਗੁਰੂ ਸਮਝਾਰ ਹੈ। ਬੰਦਨਾ ਕਰਤ ਚੱਲੇ। ਮਾਤਾ ਜੀ ਨੂੰ ਨਮਸਕਾਰ ਕਰਕੇ ਅੱਜ 13 ਪੋਹ ਵਾਲੇ ਦਿਨ ਜਦੋਂ ਸਿਪਾਹੀ ਲੈਣ ਵਾਸਤੇ ਆਏ ਨਾ, ਦੁਸ਼ਟਾਂ ਨੂੰ ਗਾਲਣ ਵਾਸਤੇ, ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚੋਂ ਤੁਰੇ। ਉਸ ਮੌਕੇ ਦੇ ਉੱਤੇ ਮਾਤਾ ਜੀ ਨੇ ਤਿਆਰ ਕੀਤੇ, ਦਸਤਾਰਾਂ ਸਜਾਈਆਂ, ਛੋਟੀਆਂ ਛੋਟੀਆਂ ਕਲਗੀਆਂ ਵੀ ਲਾਈਆਂ ਤੇ ਨੀਲੇ ਚੋਲੇ ਪਵਾਏ ਸੀ। ਇਤਿਹਾਸ ਵਿੱਚ ਲਿਖਿਆ ਕਈਆਂ ਗੁਰਮੁਖਾਂ ਨੇ। ਮਾਤਾ ਜੀ ਕੋਲੇ ਇੱਕ ਗਠੜੀ ਸੀ, ਉਹਦੇ ਵਿੱਚ ਸਾਹਿਬਜ਼ਾਦਿਆਂ ਦੇ ਬਸਤਰ ਸਨ। ਮੋਹਰਾਂ ਵੀ ਸਨ ਉਸੇ ਗਠੜੀ ਵਿੱਚ। ਉਹ ਮੋਹਰਾਂ ਤੇ ਚੁੱਕਦੀਆਂ ਗੰਗੂ ਪਾਪੀ ਨੇ। ਹੁਣ ਜਿਹੜੇ ਚੋਲੇ ਸਨ ਵਿੱਚ ਨੀਲੇ ਰੰਗ ਦੇ ਚੋਲੇ ਦੋਵਾਂ ਸਾਹਿਬਜ਼ਾਦਿਆਂ ਨੂੰ ਪਵਾਏ। ਜੋਗੀ ਅੱਲਾ ਯਾਰ ਖਾਨ ਨੇ ਵੀ ਕਲਗੀਆਂ ਦਾ ਜ਼ਿਕਰ ਕੀਤਾ। ਛੋਟੀਆਂ ਛੋਟੀਆਂ ਦਸਤਾਰਾਂ ਤੇ ਕਲਗੀਆਂ ਵੀ ਸਜਾ ਦਿੱਤੀਆਂ। ਠੰਡੇ ਬੁਰਜ ਤੋਂ ਲਾਲਾ ਨੂੰ ਤੋਰਿਆ। ਮਾਤਾ ਜੀ ਬੁਰਜ ਤੇ ਖਲੋਤੇ ਹੋਏ ਵੇਖ ਰਹੇ ਤੇ ਥੱਲੇ ਪੌੜੀਆਂ ਉਤਰਦੇ ਜਾਂਦੇ ਆ ਗੁਰੂ ਕੇ ਸਾਹਿਬਜ਼ਾਦੇ। ਪਹੁੰਚ ਗਏ ਉਸ ਥਾਂ ਤੇ ਜਿੱਥੇ ਨੀਹਾਂ ਵਿੱਚ ਚਿਣੇ ਜਾਣਾ ਹੈ। ਗੱਜ ਕੇ ਬੁਲਾਈ ਫਤਿਹ ਦੀਨ ਨਾ ਕਬੂਲ ਕੀਨਾ। ਉੱਥੇ ਫੇਰ ਉਹਨਾਂ ਨੇ ਲਾਲਚ ਦਿੱਤੇ, ਪਰ ਦੀਨ ਨਹੀਂ ਕਬੂਲਿਆ, ਇਸਲਾਮ ਨਹੀਂ ਕਬੂਲਿਆ। ਉੱਥੇ ਫੇਰ ਗੱਜ ਕੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਫਤਿਹ ਬੁਲਾਈ ਹੈ। ਕੰਧਾਂ ਵਿੱਚ ਚਿਣੇ ਜਪ ਪਾਠ ਪਾਠ ਜਾਤ ਹੈ। ਹੁਣ ਕੰਧਾਂ ਵਿੱਚ ਚਿਣਨ ਲੱਗੇ। ਸਾਰੇ ਤੁਰਕ ਇਕੱਠੇ ਹੋਏ। ਝੂਠਾ ਆਨੰਦ ਉੱਥੇ ਸਰਹੰਦ ਦਾ ਸੂਬਾ ਖਲੋਤਾ ਹੋਇਆ। ਸ਼ਾਸਲ ਬੇਗ ਤੇ ਬਾਸ਼ਲ ਬੇਗ ਸਮਾਣੀ ਦੇ ਜੋ ਜਲਾਦ ਖਲੋਤੇ ਹੋਏ ਆ, ਜਿਨ੍ਹਾਂ ਦਾ ਕੇਸ ਚੱਲਦਾ ਸੀ ਇੱਥੇ ਸਾਧ ਸੰਗਤ ਜੀ ਸੂਬੇ ਦੀ ਕਚਹਿਰੀ 'ਚ। ਉਹਨਾਂ ਨੂੰ ਆਖਿਆ ਗਿਆ ਤੁਹਾਡਾ ਕੇਸ ਖਾਰਜ ਕਰ ਦਿੱਤਾ ਜਾਵੇਗਾ। ਇਹਨਾਂ ਬੱਚਿਆਂ ਨੂੰ ਤੁਸੀਂ ਇਹਨਾਂ ਦੀ ਛਾਤੀ ਤੇ ਬੈਠ ਕਰਕੇ ਇਹਨਾਂ ਦੇ ਸਾਹ ਰਗ ਕੱਟਣੀ ਹੈ, ਇਹਨਾਂ ਨੂੰ ਖਤਮ ਕਰਨਾ। ਉਹ ਸ਼ਾਸਲ ਬੇਗ ਤੇ ਬਾਸ਼ਲ ਬੇਗ ਸਮਾਣੇ ਦੇ ਜਲਾਦ ਵੀ ਉੱਥੇ ਹੁਣ ਚਿਣਨ ਲੱਗੇ ਆ ਕੰਧਾਂ ਦੇ ਵਿੱਚ। ਪਹਿਲੀ ਇੱਟ ਜਦੋਂ ਲਾ ਰਿਹਾ ਸੀ ਨਾ ਮਿਸਤਰੀ, ਤੇ ਗਿੱਟਿਆਂ ਨਾਲ ਲੱਗ ਕਰਕੇ ਨਹੀਂ ਸੀ ਸਹੀ ਲੱਗ ਰਹੀ। ਜਦੋਂ ਤੋੜ ਕੇ ਇੱਟ ਲਾਉਣ ਲੱਗਾ, ਕੋਲ ਖਲੋਤੇ ਹੋਏ ਸ਼ਾਹੀ ਕਾਜ਼ੀ ਨੇ ਆਖਿਆ ਨਾ ਓਏ, ਸਰਕਾਰ ਦੀ ਇੱਟ ਨਹੀਂ ਭੰਨਣ ਦੇਣੀ। ਇਹ ਬਾਗੀ ਗੁਰੂ ਦੇ ਬਾਗੀ ਪੁੱਤਰ, ਇਹਨਾਂ ਦੇ ਗਿੱਟੇ ਛਾਂਗ ਦੇਣੇ ਚਾਹੀਦੇ। ਗੁਰੂ ਕੇ ਲਾਲਾਂ ਦੇ ਗਿੱਟਿਆਂ ਤੇ ਤੇਸੀਆਂ ਮਾਰੀਆਂ ਗਈਆਂ। ਗੋਡਿਆਂ ਤੇ ਕੰਧ ਆਈ ਹੈ, ਚੱਪਣੀਆਂ ਤੇ ਤੇਸੀਆਂ ਮਾਰੀਆਂ ਗਈਆਂ। ਜਪਜੀ ਸਾਹਿਬ ਦਾ ਪਾਠ ਕਰ ਰਹੇ ਹਨ। ਕੰਧਾਂ ਵਿੱਚ ਚਿਣੇ ਜਪ ਪਾਠ ਕੋ ਉਚਾਰ ਹੈ। ਸਾਧ ਸੰਗਤ ਜੀ, ਸਿੱਖਿਆ ਮਿਲਦੀ ਸਾਨੂੰ
ਅਸੀਂ ਆਪ ਵੀ ਜਪਜੀ ਸਾਹਿਬ ਪੜ੍ਹੀਏ, ਨਿਤਨੇਮ ਕਰੀਏ, ਸਾਡੇ ਬੱਚੇ ਵੀ ਜਪਜੀ ਸਾਹਿਬ ਦਾ ਪਾਠ ਕਰਨ। ਸਾਡੇ ਬਾਬੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਕੰਧਾਂ ਵਿੱਚ ਚਿਣੇ ਜਾ ਰਹੇ ਤੇ ਜਪਜੀ ਸਾਹਿਬ ਦਾ ਪਾਠ ਦੋਵੇਂ ਕਰ ਰਹੇ ਹਨ। ਭੋਗ ਪਾਏ ਸੱਚਖੰਡ ਬੁੱਧੀ ਦੁਤਰਾਲ ਜਾਏ। ਜਪਜੀ ਸਾਹਿਬ ਦਾ ਭੋਗ ਪਿਆ ਹੈ, ਸੰਪੂਰਨ ਹੋਇਆ ਪਾਠ। ਕੰਧਾਂ ਵੀ ਚਿਣੀਆਂ ਗਈਆਂ, ਵਿੱਚ ਸਾਹ ਘੁੱਟਿਆ ਗਿਆ ਹੈ, ਕੰਧਾਂ ਥੱਲੇ ਡਿੱਗੀਆਂ। ਗੁਰੂ ਕੇ ਲਾਲ ਉਸ ਵੇਲੇ ਸੱਚਖੰਡ ਪਿਆਨਾ ਕੀਤਾ, ਜੋਤੀ ਜੋਤ ਸਮਾਏ ਹਨ। ਗੁਰੂ ਸੋ ਹੋਣਾ ਜਪ ਜਪ ਬਲਿਹਾਰ। ਗੁਰੂ ਕੇ ਪੁੱਤਰ ਹੋਣਾ, ਸੋ ਐਸੇ ਭਾਗ ਹਨ ਗੁਰੂ ਕੇ ਲਾਲਾਂ ਦੇ ਕਿ ਸਾਰਾ ਸੰਸਾਰ ਉਹਨਾਂ ਤੋਂ ਬਲਿਹਾਰ ਜਾ ਰਿਹਾ, ਸਾਰਾ ਸਿੱਖ ਜਗਤ ਉਹਨਾਂ ਤੋਂ ਸਦਕੇ ਜਾ ਰਿਹਾ। ਕਈਆਂ ਇਤਿਹਾਸਕਾਰਾਂ ਨੇ ਬਚਨ ਲਿਖੇ ਹਨ, ਜਦੋਂ ਕੰਧਾਂ ਡਿੱਗੀਆਂ ਤੇ ਸਾਹਿਬਜ਼ਾਦੇ ਸਹਿਕਦੇ ਪਏ, ਹਲੇ ਸਾਹ ਘੁੱਟਿਆ ਗਿਆ ਸੀ ਕੰਧਾਂ ਦੇ ਵਿੱਚ। ਇੱਥੇ ਤਾਂ ਜ਼ਿਕਰ ਆਇਆ ਕਿ ਤਲਵਾਰ ਦਾ ਵਾਰ ਕਰਕੇ ਸੀਸ ਵੱਖਰੇ ਕੀਤੇ ਗਏ। ਕਈਆਂ ਗੁਰਮੁਖਾਂ ਨੇ ਆਖਿਆ, ਉਹਨਾਂ ਜਲਾਦਾਂ ਨੂੰ ਆਖਿਆ ਹੁਣ ਇਹਨਾਂ ਦੀ ਸਾਹ ਰਗ ਕੱਢ ਦੋ। ਉਹ ਛਾਤੀਆਂ ਤੇ ਬੈਠੇ, ਉਹਨਾਂ ਨੇ ਛੁਰੀਆਂ ਨਾਲ ਸਾਹ ਰਗ ਕੱਢੇ। ਬਾਬਾ ਜੋਰਾਵਰ ਸਿੰਘ ਜੀ ਪਹਿਲਾਂ ਸ਼ਹੀਦੀ ਪ੍ਰਾਪਤ ਕਰ ਗਏ। ਬਾਬਾ ਫਤਿਹ ਸਿੰਘ ਜੀ ਦੇ ਚਰਨ ਕੁਝ ਮਿੰਟ ਹਿੱਲਦੇ ਰਹੇ, ਕਿਉਂਕਿ ਸਰੀਰ ਹੈ, ਸਵਾਸ ਨਿਕਲਨੇ, ਸਰੀਰ ਨੇ ਹਿੱਲਣਾ ਹੈ, ਸਰੀਰ ਦੀ ਕਿਰਿਆ ਇਸੇ ਤਰ੍ਹਾਂ। ਬਾਬਾ ਜੀ ਦੇ ਚਰਨ ਹਿਲਦੇ ਰਹੇ, ਬਾਬਾ ਫਤਿਹ ਸਿੰਘ ਸਾਹਿਬ ਜੀ ਦੇ। ਇਸ ਤਰੀਕੇ ਦੇ ਨਾਲ ਇਹਨਾਂ ਪਾਪੀਆਂ ਨੇ ਪਾਪ ਕਮਾਇਆ ਹੈ। ਦੁੱਖ ਸੁੱਖ ਸਮਕਾ ਧਰਮ ਸੀਸ ਕੀ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣਿਆ ਤੇ ਧਰਮ ਦੇ ਵਾਸਤੇ ਸੀਸ ਕੁਰਬਾਨ ਕਰ ਦਿੱਤੇ। 9 ਸਾਲ ਸਤ ਕੁਲ ਛੁੱਟ ਜਾਂਦੀ ਹੈ। 9 ਸਾਲ 7 ਕੁਲ ਆਯੂ ਛੋਟੀ ਜਾਣੀ ਹੈ। 9 ਸਾਲ ਤੇ 7 ਸਾਲ ਦੀ ਕੁੱਲ ਉਮਰ ਹੈ, ਛੋਟੀ ਜਿਹੀ ਉਮਰ ਜਾਣ। ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੇ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ 7 ਸਾਲ ਦੇ ਹਨ। ਪਾਪੀਆਂ ਨੇ ਭੋਗਵਾਰ ਕਰਕੇ ਸਾਰੇ ਸੀਸ। ਕਹਿੰਦੇ ਪਾਪੀਆਂ ਨੇ ਫਿਰ ਸੀਸ ਜਿਹੜੇ ਹਨ ਉਹ ਧੜ ਤੋਂ ਵੱਖਰੇ ਕਰ ਦਿੱਤੇ। ਜੋਤੀ ਜੋਤ ਪਹਿਲਾਂ ਮਿਲੇ ਗੁਰੂ ਸੋਤ ਮਾਨੀ ਹੈ। ਤੇ ਜੋਤੀ ਜੋਤ ਪਹਿਲਾਂ ਮਿਲ ਗਏ ਗੁਰੂ ਕੇ ਸਾਹਿਬਜ਼ਾਦੇ। ਮਾਤਾ ਸੁਣ ਧਰਮ ਹਿਤ ਹੋਏ ਕੁਰਬਾਨ ਸੁਤ। ਮਾਤਾ ਗੁਜਰੀ ਜੀ ਨੇ, ਮਾਤਾ ਗੁਜਰ ਕੌਰ ਜੀ ਨੇ ਜਦੋਂ ਸੁਣਿਆ ਨਾ ਧਰਮ ਦੇ ਹਿੱਤ, ਪੋਤਰਿਆਂ ਨੇ ਸੀਸ ਕੁਰਬਾਨ ਕਰ ਦਿੱਤੇ, ਸ਼ਹੀਦੀ ਪਾ ਗਏ। ਤੇ ਮਾਤਾ ਜੀ ਨਿਰਮੋਹ ਰਹੇ ਉਸ ਵੇਲੇ। ਬਿਰਤੀ ਜਿਹੜੀ ਹੈ ਜੁੜੀ ਹੋਈ ਹੈ ਪ੍ਰਭੂ ਦੇ ਨਾਮ ਦੇ ਨਾਲ, ਤੇ ਬਿਰਤੀ ਨੂੰ ਟਿਕਾ ਕਰਕੇ ਜਪਜੀ ਕੋ ਪਾਠ ਕਰ ਗੁਰੂ ਧਿਆਨ ਭਈ ਲੀਨ। ਮਾਤਾ ਜੀ ਨੇ ਠੰਡੇ ਬੁਰਜ 'ਚ ਚੌਂਕੜਾ ਲਾਇਆ। ਜਦੋਂ ਪਤਾ ਲੱਗਾ, ਖਬਰ ਮਿਲੀ ਕਿ ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ ਲਾਲ ਦੋਨੋਂ ਹੀ ਸ਼ਹੀਦੀ ਪਾ ਗਏ, ਤੇ ਫਿਰ ਮਾਤਾ ਜੀ ਨੇ ਚੌਂਕੜਾ ਲਾ ਕੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ। ਜਪਜੀ ਸਾਹਿਬ ਦਾ ਪੂਰਾ ਪਾਠ ਕਰਕੇ ਤੇ ਗੁਰੂ ਧਿਆਨ ਵਿੱਚ ਮਾਤਾ ਜੀ ਲੀਨ ਹੋ ਗਏ। ਦੇਹ ਸ਼ੋਰ, ਦੇਹ ਨੂੰ ਤਿਆਗ ਦਿੱਤਾ, ਸਹਿਜੇ ਹੀ ਖੇਦ ਮੇਂ ਬਿਨਾਂ ਦੁੱਖ ਤੋਂ ਆਪਣੀ ਇੱਛਾ ਦੇ ਅਨੁਸਾਰ। ਧੰਨ ਮਾਤਾ ਗੁਜਰ ਕੌਰ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਉੱਥੇ ਲੰਮੇ ਪੈ ਗਏ, ਬਰਾਤ ਗਏ ਤੇ ਸਰੀਰ ਤਿਆਗ ਦਿੱਤਾ ਮਾਤਾ ਜੀ ਵੀ ਲਾਲ ਸੱਚਖੰਡ ਚਲੇ ਗਏ। ਮਾਤਾ ਜੀ ਵੀ ਨਾਲ ਹੀ ਸੱਚਖੰਡ ਚਲੇ ਗਏ। ਧੰਨ ਮਾਤਾ ਗੁਜਰ ਕੌਰ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਨੌਂ ਆ, ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਤਨੀ ਆ, ਤੇ ਮਰਦ ਅਗੰਬੜੇ ਨੂੰ ਜਨਮ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਆ, ਤੇ ਸਾਹਿਬਜ਼ਾਦਿਆਂ ਦੇ ਦਾਦੀ ਜੀ ਆ। ਕਿੰਨੀ ਮਹਾਨ ਹਸਤੀ ਆ ਮਾਤਾ ਗੁਜਰ ਕੌਰ। ਇੱਕ ਵਾਰੀ ਕਹੋ ਸਾਰੇ ਮਾਈ ਭਾਈ ਪ੍ਰੇਮ ਨਾਲ, ਧੰਨ ਧੰਨ ਮਾਤਾ ਗੁਜਰ ਕੌਰ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ।
रखिया राम ज्योति ज्योत माता जी ते साहिबजादे सचखंड चले गए, जोत सचखंड में मिल गई। प्रभु जोत नाल जोत लीन हो गए ते देवतियां ने जय जयकार की, देवतियां ने जय जयकार की। माता जी ते साहिबजादे सचखंड नूं जा रहे ते देवते जय जयकार कर रहे। इस पंक्ति की व्याख्या गुरु गोबिंद सिंह महाराज जी की वो पंक्ति करेगी जो पिता जी सचखंड में गए थे शहीदी पा के चांदनी चौक में। तेग बहादुर के चलत भयो जगत को सोग है सब जग भयो जय 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 सुरलोक। सुरलोक में जय जयकार हुई तो हुण देवते जय जयकार कर रहे हैं। धर्म दे विच स्थित रह करके महान कुर्बानी की थी गुरु के लाला ने। धन गुरु गोबिंद सिंह महाराज होरना दे लाल बचाए ते अपने लाला दे सीस ला दिते। कदी पौने 9 साल की उम्र च अपने पिता जी नूं आख्या सी, पिता जी तुसीं जाके इन्हां दी बांह फड़ो तो दिल्ली जाके अपना सीस कुर्बान कर दिओ, मैं भावें अनाथ हो जावां भावें यतीम हो जावां कोई परवाह नहीं। होरना दे बच्चे बचाए, होरना दे लाल बचाए ते अपने लाला दे सीस ला दिते। धन गुरु गोबिंद सिंह जी महाराज। इस हिंद की धरती ते धन गुरु गोबिंद सिंह महाराज साहब जी ने आन रखी, शान रखी ते परोपकार कीते हन। दीवान टोडरमल सिख गुरु साहब जी का प्रेम रखने वाला, बहुत वड्डा धनाड़ जौहरी। वो दीवान टोडरमल सिख आ गया जो शहीदी हो गई माता जी के साहिबजादियां। उन्हें सूबे सरहंद नूं आके आख्या भी मैं माता जी ते लाला का संस्कार करना चाहता। ते सरहंद के सूबे ने आख्या इत्थे सरकार की धरती है, मेरी धरती आ, ये तेनों मुल खरीदनी पवेगी। जिथे सरहंद की धरती से संस्कार करना, किते भी संस्कार करना तेनों जमीन मुल खरीदनी पैनी। उन्हें कहा मैं मुल खरीद लेना। कहता सोने दियां मोहरां लिया के जिन्ना थां संस्कार वास्ते चाहिए उन्ने थां ते विछा। जदों लिया के दीवान मोहरा विछाउण लगा उन्हें कहा इस तरह नहीं विछाउणियां, खड़ियां करके विछा, एक नाल एक मोहर खड़ी करके। जिथे श्री ज्योति स्वरूप साहिबजादियां दे ते माता जी के संस्कार वाला स्थान है, उस थां दे उत्ते फिर खड़ियां मोहरां कीतियां। टोडरमल सिख आया वैराग मन माहे छाया। मन विच बड़ा वैराग है उसदे। मोहरां खड़ियां करके विछा के वो थां लिया है। फिर टोडरमल ने कईयां ने तो गुरमुखां ने लिखा कि उन्हें नाल दिहाड़ीदार बंदा लिया। कईयां ने ऐसा भी बचन किया कि कोई नाल तुरन वास्ते तैयार नहीं सी, सिर्फ वो अपने परिवार ने। कोई डरदा तुरदा भी नहीं सी सरहंद के सूबे तो भी असीं नहीं जाना ना। साहिबजादियां दा शरीर टिकाउण वास्ते, माता जी का शरीर टिकाउण वास्ते सिर्फ टोडरमल का ही परिवार, वो भी धन है ना। दीवान टोडरमल भी जिन्हें सेवा की अमर हो गया सदा वास्ते। गुरु गोबिंद सिंह जी ने थां दे दी उन्होंने भी सचखंड में अपने चरणों च। तो उसने उहदे परिवार ने माता जी का पवित्र शरीर लिया उस थां तो श्री ज्योति स्वरूप साहब वाले स्थान से। फिर साहिबजादियों का पवित्र शरीर लिया, एको ही अंगीठा तैयार किया माता जी ते एक सज्जे पासे साहिबजादे का शरीर, एक खब्बे पासे नाल ते चिखा चिन करके ते उन्हें फिर संस्कार किया। पास बैठ के बाणी भी पढ़ी।
ਮਾਤਾ ਸਾਹਿਬ ਜਾ ਦੇ ਸੰਗ ਕੀਆ ਸੰਸਕਾਰ ਤਿੰਨਾਂ ਦਾ ਸੰਸਕਾਰ ਕੀਤਾ ਹੈ। ਗੁਰਬਾਣੀ ਪੜ੍ਹ ਭਾਣਾ ਧੀਰ ਜਾਣੀਐ। ਤੇ ਗੁਰਬਾਣੀ ਪੜ੍ਹ ਕੇ ਭਾਣਾ ਮੰਨਿਆ ਤੇ ਧੀਰਜ ਧਾਰਨ ਕੀਤੀ ਹੈ ਵੀ ਭਾਣਾ ਹੈ ਜੀ, ਜੋਰ ਨਹੀਂ ਕੋਈ ਸਕਦਾ, ਕਰ ਨਹੀਂ ਕੋਈ ਸਕਦਾ। ਭਾਣਾ ਮੰਨਿਆ ਹੈ, ਗੁਰਬਾਣੀ ਪੜ੍ਹੀ ਹੈ, ਧੀਰਜ ਆਪਣੇ ਹਿਰਦੇ ਨੂੰ ਦਿੱਤੀ ਹੈ। ਇੱਥੋਂ ਇੱਕ ਹੋਰ ਸਿੱਖਿਆ ਮਿਲਦੀ ਸਾਨੂੰ ਸਾਧ ਸੰਗਤ ਜੀ ਵੀ ਆਮ ਕਰਕੇ ਅੱਜ ਕੱਲ੍ਹ ਦਾ ਹੋਰ ਤਰ੍ਹਾਂ ਦਾ ਪਦਾਰਥਵਾਦੀ ਹੈ ਨਾ ਮਾਹੌਲ, ਮਾਇਆ ਦਾ ਪ੍ਰਭਾਵ ਇਸ ਤਰ੍ਹਾਂ ਦਾ, ਪਦਾਰਥ ਦਾ ਸਾਡੇ ਤੇ ਪ੍ਰਭਾਵ ਇਸ ਤਰ੍ਹਾਂ ਦਾ, ਅਸੀਂ ਗੁਰਬਾਣੀ ਇਤਿਹਾਸ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਆਮ ਕਰਕੇ ਕਿਸੇ ਭੋਗ ਦੇ ਉੱਤੇ ਜਾਂ ਕਿਸੇ ਸੰਸਕਾਰ ਦੇ ਉੱਤੇ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਕਿਉਂਕਿ ਸੰਸਾਰ ਦੀ ਇਸ ਤਰ੍ਹਾਂ ਹੀ ਚੱਲਦਾ ਹੈ, ਜਨਮ ਮਰਨ ਹੈ। ਤੇ ਕਿਤੇ ਕਿਸੇ ਥਾਂ ਦੇ ਉੱਤੇ ਸੰਸਕਾਰ ਤੇ ਜ਼ਿਆਦਾ ਇਕੱਠ ਹੋ ਜਾਵੇ ਤੇ ਜਾਂ ਭੋਗ ਤੇ ਜ਼ਿਆਦਾ ਇਕੱਠ ਹੋ ਜਾਵੇ ਤੇ ਅੱਜ ਕੱਲ੍ਹ ਸ਼ਰਧਾਂਜਲੀਆਂ ਦਾ ਰਿਵਾਜ ਬੜਾ ਚੱਲਿਆ। ਉਂਝ ਤਾਂ ਸੱਚੀ ਸ਼ਰਧਾਂਜਲੀ ਇਹੀ ਆ, ਬਾਕੀ ਸ਼ਰਧਾਂਜਲੀਆਂ ਨਹੀਂ ਦੇਣੀਆਂ ਚਾਹੀਦੀਆਂ, ਨਾ ਦੋਣੀਆਂ ਚਾਹੀਦੀਆਂ। ਸਿਰਫ ਗੁਰਬਾਣੀ ਦਾ ਕੀਰਤਨ ਹੋਵੇ ਤੇ ਗੁਰਬਾਣੀ ਇਤਿਹਾਸ ਦੀ ਕਥਾ ਹੋਵੇ ਤੇ ਅਰਦਾਸ ਹੋਵੇ ਤੇ ਸਮਾਪਤੀ ਹੋਵੇ। ਪਰ ਬਾਅਦ 'ਚ ਬੋਲਣ ਵਾਲੇ ਉਹ ਕਹਿੰਦੇ ਵੀ ਇਹ ਬਹੁਤ ਭਾਗਾਂ ਵਾਲਾ ਸੀ ਇਨਸਾਨ, ਕਿਉਂਕਿ ਇਹਦੇ ਸੰਸਕਾਰ ਤੇ ਬੜਾ ਵੱਡਾ ਇਕੱਠ ਸੀ, ਇਹਦੇ ਭੋਗ ਤੇ ਬੜਾ ਵੱਡਾ ਇਕੱਠ ਸੀ। ਆਹ ਪੜ੍ਹੋ ਇਤਿਹਾਸ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਰੀਰ ਚੁੱਕਣ ਵਾਸਤੇ, ਮਾਤਾ ਜੀ ਦਾ ਪਵਿੱਤਰ ਸਰੀਰ ਲਿਜਾਣ ਵਾਸਤੇ ਸੰਸਕਾਰ ਵਾਲੀ ਥਾਂ ਤੇ ਚੌਥਾ ਬੰਦਾ ਨਹੀਂ ਮਿਲਣ ਡਿਆ। ਸਿਰਫ ਟੋਡਰ ਮੱਲ ਤੇ ਉਹਦੇ ਪਰਿਵਾਰ ਨੇ ਮਾਤਾ ਜੀ ਦਾ ਸਰੀਰ ਖੜਿਆ, ਸਾਹਿਬਜ਼ਾਦਿਆਂ ਦਾ ਸਰੀਰ ਖੜਿਆ। ਜੇ ਇਕੱਠਾਂ ਦੇ ਨਾਲ ਹੀ ਮਹਾਨਤਾ ਮਿਲਦੀ ਹੈ ਤਾਂ ਇੱਥੇ ਤਾਂ ਕੋਈ ਇਕੱਠ ਹੈ ਹੀ ਨਹੀਂ ਸਾਧ ਸੰਗਤ। ਇਦੋਂ ਕੋਈ ਮਹਾਨ ਹੋ ਸਕਦਾ ਹੈ? ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਮਾਤਾ ਗੁਜਰ ਕੌਰ ਤੋਂ ਮਹਾਨ ਕੋਈ ਹੋ ਸਕਦਾ? ਫਿਰ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਤੇ ਇੱਕੋ ਸਿੰਘਣੀ ਨੇ ਕੀਤਾ, ਬੀਬੀ ਹਰਸ਼ਰਨ ਕੌਰ ਕੱਲੀ ਨੇ ਕੀਤਾ। ਉੱਥੇ ਤੇ ਦੂਜੇ ਦਾ ਜ਼ਿਕਰ ਹੀ ਕੋਈ ਨਹੀਂ ਆਇਆ ਤੇ ਉਹਦਾ ਆਪਣਾ ਵੀ ਸੰਸਕਾਰ ਨਾਲ ਹੀ ਹੋ ਗਿਆ। ਜਦੋਂ ਉਹਨੇ ਸਾਰੇ ਸਿੰਘਾਂ ਦਾ ਸੰਸਕਾਰ ਕੀਤਾ ਤੇ ਉਸੇ ਵੇਲੇ ਹੀ ਜ਼ਾਲਮਾਂ ਨੇ ਉਹਦੇ ਨਾਲ ਪਹਿਲੋਂ ਲੜਦੀ ਵੀ ਰਹੀ, ਜਿੰਨਾ ਚਿਰ ਮੁਕਾਬਲਾ ਕਰਨਾ ਸੀ ਉਹਨੇ ਕਰਦੀ ਰਹੀ, ਜਿੰਨਾ ਚਿਰ ਸਰੀਰ ਵਿੱਚ ਦਮ ਸੀ। ਫਿਰ ਉੱਥੇ ਚਿਖਾ ਵਿੱਚ ਉਸ ਬੀਬੀ ਹਰਸ਼ਰਨ ਕੌਰ ਨੂੰ ਵਿੱਚੇ ਸੁੱਟ ਦਿੱਤਾ। ਤੋ ਐਸੇ ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲ ਮਹਾਰਾਜ ਸਾਹਿਬ ਜੀ ਨੇ ਇਹ ਸਾਡੇ ਤੇ ਮਹਾਨ ਪਰਉਪਕਾਰ ਕੀਤੇ। ਵਾਰ ਪਰਿਵਾਰ ਗੁਰੂ ਕੀਆ ਉਪਕਾਰ ਕਹੋ, ਜ਼ੁਲਮ ਕੀ ਜੜ ਮੇਟ ਹਿੰਦ ਰਾਖ ਲੀਨ ਹੈ। ਚੌਹਾਂ ਜੁਗਾਂ ਵਿੱਚ ਲਾਜ ਰਾਖੀ ਨਿਜ ਪਿਆਰਿਆਂ ਕੀ, ਕਲਯੁਗ ਵਿੱਚ ਰਾਖੀ ਆਨ ਪ੍ਰਵੀਨ ਹੈ। ਜ਼ੁਲਮ ਕਾ ਰਾਜ ਮੇਟ ਧਰਮ ਸਥਾਪ ਕਰ, ਧਨ ਧਨ ਦਸ਼ਮੇਸ਼ ਪਿਤਾ ਜਗ ਕੀਨ ਹੈ। ਬ੍ਰਹਮ ਗਿਆਨ ਹਿਰਦੇ ਭਗਤੀ ਸੁਮੁਖ ਉਦੈ, ਵਰਤਨ ਵਿਰਾਗ ਮਹਾਰਸ ਰਹੇ ਚੀਨ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਵੀ। ਦੇਖੋ ਸੱਜਣਿਆ ਸੀ ਸੜੀਆਂ ਜਿਉ ਹੋਵੇ ਸਾਧਕ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੇ